ਜਿਸ ਤੈ ਚਿਤ ਵਸਿਆ ਮੇਰਾ ਸੁਆਮੀ, ਤਿਸ ਨੂੰ ਕਿਉ ਅੰਦੇਸਾ, ਕਿਸੇ ਗੱਲੇ ਦਾ ਲੋੜੀਐ। ਇਹ ਗਲੇ ਨਹੀਂ ਪੜਨਾ, ਗੱਲੇ ਪੜਨਾ ਹੈ, ਗੱਲੇ। ਚਿੱਤ ਦਾ ਮਤਲਬ ਚਿੱਤ ਵਿੱਚ, ਤੇ ਅੰਦੇਸ਼ਾ ਦਾ ਮਤਲਬ ਹੁੰਦਾ ਹੈ ਚਿੰਤਾ। ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਪਿਆਰਾ ਪ੍ਰਭੂ ਨਿਵਾਸ ਕਰਦਾ ਹੈ, ਜਿਹਦੀ ਸੋਚ ਦੇ ਅੰਦਰ ਰੱਬੀ ਗੁਣ ਵਸਦੇ ਨੇ, ਇਸ ਨੂੰ ਕਿਉਂ ਅੰਦੇਸਾ ਕਿਸੇ ਗੱਲੇ ਦਾ ਲੋੜੀਏ, ਉਸ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿ ਜਾਂਦੀ। ਜਿਹਦੇ ਚਿੱਤ ਅੰਦਰ ਪਿਆਰਾ ਸੁਆਮੀ ਪ੍ਰਭੂ ਵਸਦਾ ਹੈ, ਉਹਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿ ਜਾਂਦੀ। ਹੁਣ ਪ੍ਰਭੂ ਦਾ ਚਿੱਤ ਦੇ ਅੰਦਰ ਵਸਣ ਦਾ ਮਤਲਬ ਕਿ ਪ੍ਰਭੂ ਦੇ ਗੁਣ, ਪ੍ਰਭੂ ਦਾ ਸੁਭਾਅ ਜਿਹਦੇ ਚਿੱਤ, ਜਿਹਦੀ ਸੋਚ ਦੇ ਅੰਦਰ ਵਸ ਰਿਹਾ ਹੈ। ਤਾਂ ਜਿੱਥੇ ਰੱਬ ਹੋਏਗਾ, ਰੱਬ ਦੇ ਗੁਣ ਹੋਣਗੇ, ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿ, ਉੱਥੇ ਚਿੰਤਾ ਦਾ ਸਵਾਲ ਪੈਦਾ ਨਹੀਂ ਹੁੰਦਾ। ਕਿਉਂਕਿ ਚਿੰਤਾ ਪੈਦਾ ਹੁੰਦੀ ਹੈ ਨੈਗੇਟਿਵਿਟੀ ਕਰਕੇ, ਨਕਾਰਾਤਮਕਤਾ ਕਰਕੇ, ਮਾੜੀ ਸੋਚ ਕਰਕੇ। ਤਾਂ ਸਾਨੂੰ ਇਥੋਂ ਸੇਧ ਮਿਲ ਰਹੀ ਹੈ ਕਿ ਜੇ ਸਾਡੇ ਮਨ ਅੰਦਰ ਚਿੰਤਾ, ਫਿਕਰ ਆਦਿਕ ਹੈ, ਅਸੀਂ ਉਸ ਚਿੰਤਾ, ਫਿਕਰ ਤੋਂ ਮੁਕਤ ਹੋਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੀ ਸੋਚ ਦੇ ਅੰਦਰ ਰੱਬੀ ਗੁਣ ਵਸਾਣੇ ਚਾਹੀਦੇ ਨੇ। ਜੋ ਵੀ ਰੱਬੀ ਗੁਣਾਂ ਨੂੰ ਆਪਣੇ ਮਨ ਅੰਦਰ ਵਸਾ ਲਵੇਗਾ, ਉਹ ਚਿੰਤਾਵਾਂ ਤੋਂ ਮੁਕਤ ਹੋ ਜਾਏਗਾ। ਹਰ ਸੁਖ ਦਾਤਾ ਸਭਨਾ ਗੱਲਾਂ ਕਾ, ਤਿਸ ਨੂੰ ਧਿਆਏ ਦਿਆਂ, ਕਿਵ ਨਿਮਕ ਘੜੀ ਮੂੰਹ ਮੋੜੀਏ। ਇਹਨੂੰ ਗਲਾ ਨਹੀਂ ਪੜਨਾ, ਗੱਲਾਂ। ਹਰ ਸੁਖ ਦਾਤਾ, ਸੁਖ ਦਾਤਾ ਦਾ ਮਤਲਬ ਸੁਖਾਂ ਦੀਆਂ ਦਾਤਾਂ ਦੇਣ ਵਾਲਾ। ਕਿਉਂ ਦਾ ਮਤਲਬ, ਕਿਵ ਦਾ ਮਤਲਬ ਕਿਉਂ, ਤੇ ਨਿਮਕ ਦਾ ਮਤਲਬ ਅੱਖ ਚਮਕਣ ਜਿੰਨਾ ਸਮਾਂ, ਤੇ ਘੜੀ, ਘੜੀ ਤੁਸੀਂ ਸਮਝਦੇ ਹੋ। ਪ੍ਰਭੂ ਹਰ ਕਿਸਮ ਦਾ ਸੁਖ ਦੇਣ ਵਾਲਾ ਹੈ। ਉਸ ਨੂੰ ਧਿਆਉਂਦਿਆਂ ਦਾ ਮਤਲਬ ਯਾਦ ਕੀਤਿਆਂ, ਉਹਦੇ ਗੁਣ ਗਾਉਂਦਿਆਂ, ਉਹਦੇ ਗੁਣਾਂ ਦੇ ਧਾਰਨੀ ਹੁੰਦਿਆਂ, ਇੱਕ ਪਲ ਵਾਸਤੇ ਵੀ ਮੂੰਹ ਨਹੀਂ ਮੋੜਨਾ ਚਾਹੀਦਾ। ਭਾਵ ਇੱਕ ਪਲ ਵਾਸਤੇ ਵੀ ਪ੍ਰਭੂ ਦੇ ਗੁਣਾਂ ਦੇ ਧਾਰਨੀ ਹੋਣ ਤੋਂ ਖਾਲੀ ਨਹੀਂ ਰਹਿਣਾ ਚਾਹੀਦਾ। ਕਿਉਂ? ਕਿਉਂਕਿ ਉਹ ਸਾਰੀਆਂ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਹੈ, ਤੇ ਸਾਰੇ ਸੁੱਖ ਉਹਦੇ ਗੁਣਾਂ ਕਰਕੇ ਮਿਲਦੇ ਨੇ। ਇਸ ਕਰਕੇ ਜੇ ਅਸੀਂ ਕਿ ਸਾਡੀ ਜ਼ਿੰਦਗੀ ਅੰਦਰ ਸੁੱਖ ਸ਼ਾਂਤੀ ਰਹੇ, ਤਾਂ ਇੱਕ ਪਲ ਵਾਸਤੇ ਵੀ ਰੱਬੀ ਗੁਣਾਂ ਤੋਂ ਵਾਂਝੇ ਨਹੀਂ ਹੋਣਾ ਚਾਹੀਦਾ। ਹਰ ਪਲ ਰੱਬੀ ਗੁਣਾਂ ਨੂੰ ਆਪਣੇ ਚਿੱਤ ਦੇ ਅੰਦਰ ਵਸਾਉਣਾ ਚਾਹੀਦਾ ਹੈ। ਇੱਕ ਪਲ ਵਾਸਤੇ ਵੀ ਰੱਬੀ ਗੁਣਾਂ ਤੋਂ, ਰੱਬੀ ਰਜਾ ਤੋਂ ਬੇਮੁਖ ਨਹੀਂ ਹੋਣਾ ਚਾਹੀਦਾ। ਜਿਨ ਹਰ ਧਿਆਇਆ, ਤਿਸ ਨੂੰ ਸਰਬ ਕਲਿਆਣ ਹੋਵੇ। ਨਿਤ ਸੰਤ ਜਨਾ ਕੀ ਸੰਗਤ, ਜਾਏ ਬਹੀਐ ਮੂੰਹ ਜੋੜੀਐ। ਕਲਿਆਣ ਦਾ ਮਤਲਬ ਸੁਖ, ਆਨੰਦ। ਜਿਨ ਹਰ ਧਿਆਇਆ, ਜਿਸ ਨੇ ਹਰੀ ਨੂੰ ਧਿਆਇਆ, ਆਪਣੇ ਧਿਆਨ ਵਿੱਚ ਹਰੀ ਨੂੰ ਵਸਾਇਆ, ਰੱਬੀ ਗੁਣਾਂ ਨੂੰ ਵਸਾਇਆ, ਉਹਨੂੰ ਸਾਰੇ ਸੁਖ ਹੋ ਗਏ, ਉਹਨੂੰ ਸਾਰੇ ਸੁਖ ਮਿਲ ਗਏ। ਜਿਸ ਨੇ ਹਰੀ ਨੂੰ ਆਪਣੀ ਸੋਚ ਅੰਦਰ ਵਸਾ ਲਿਆ। ਸਰੀਰਕ ਸੁਖ ਵੀ, ਮਾਨਸਿਕ ਸੁਖ ਵੀ, ਆਤਮਿਕ ਸੁਖ ਵੀ, ਬੌਧਿਕ ਸੁਖ ਵੀ। ਕਿਉਂਕਿ ਰੱਬ ਕਰਤਾ ਹੈ। ਜਿਹਦੀ ਸੋਚ ਦੇ ਅੰਦਰ ਰੱਬ ਵਸਿਆ ਹੋਏਗਾ, ਉਹ ਇਨਸਾਨ ਕਦੇ ਵਿਹਲਾ ਨਹੀਂ ਰਹੇਗਾ, ਉਹ ਕਿਰਤ ਕਰੇਗਾ। ਤੇ ਕਿਰਤੀ ਜੋ ਇਨਸਾਨ ਹੈ, ਉਹ ਆਪਣੇ ਸਰੀਰ ਦੀਆਂ ਲੋੜਾਂ ਪੂਰੀਆਂ ਕਰੇਗਾ। ਜਦੋਂ ਸਰੀਰਕ ਲੋੜਾਂ ਪੂਰੀਆਂ ਹੋਣਗੀਆਂ, ਤਾਂ ਉਸ ਨੂੰ ਸਰੀਰਕ ਸੁਖ ਮਿਲੇਗਾ। ਦੂਜੀ ਗੱਲ ਹੈ ਬੌਧਿਕ ਸੁਖ। ਰੱਬ ਜੋ ਹੈ ਇੱਕ ਗਿਆਨ ਦਾ ਸਾਗਰ ਹੈ, ਤੇ ਜਿਹੜਾ ਪ੍ਰਭੂ ਦੇ ਨਾਲ ਜੁੜੇਗਾ, ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਵੇਗਾ, ਉਹ ਗਿਆਨ ਦਾ ਧਾਰਨੀ ਹੋਏਗਾ। ਤੇ ਜਿਵੇਂ ਉਹਦੇ ਗਿਆਨ ਦੇ ਅੰਦਰ ਵਾਧਾ ਹੋਏਗਾ, ਤਿਵੇਂ ਤਿਵੇਂ ਉਸ ਨੂੰ ਬੌਧਿਕ ਸੁਖ ਮਿਲੇਗਾ। ਪ੍ਰਭੂ ਸਾਰਿਆਂ ਦੇ ਨਾਲ ਪਿਆਰ ਕਰਨ ਵਾਲਾ ਹੈ, ਤੇ ਜੋ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਏਗਾ, ਉਸ ਦੇ ਹਿਰਦੇ ਦੇ ਅੰਦਰ, ਸੋਚ ਅੰਦਰ ਪ੍ਰੀਤ, ਪਿਆਰ ਹੋਏਗਾ। ਸਮਾਜ ਔਰ ਸੰਸਾਰ ਦੇ ਨਾਲ ਉਹ ਪਿਆਰ ਮੁਹੱਬਤ ਵਾਲਾ ਵਰਤਾਵ ਕਰੇਗਾ। ਇਸ ਤਰ੍ਹਾਂ ਸਮਾਜ ਵੱਲੋਂ ਵੀ ਉਹਨੂੰ ਪਿਆਰ ਮੁਹੱਬਤ ਮਿਲੇਗਾ, ਤਾਂ ਉਹਨੂੰ ਮਾਨਸਿਕ ਸ਼ਾਂਤੀ ਮਿਲੇਗੀ। ਤੇ ਜਿਸ ਨੇ ਹਰੀ ਨੂੰ ਆਪਣੇ ਚਿੱਤ ਅੰਦਰ ਵਸਾਇਆ ਹੋਏਗਾ, ਉਹਦੇ ਅੰਦਰ ਈਗੋ ਨਹੀਂ ਰਹੇਗੀ, ਹਉਮੈ ਨਹੀਂ ਰਹੇਗੀ। ਉਹ ਆਪਣੀ ਸੀਮਤ ਸੋਚ ਨੂੰ ਅਸੀਮ ਸੋਚ ਦੇ ਅੰਦਰ ਮਿਲਾ ਕੇ ਰੱਬ ਵਰਗਾ ਹੀ ਹੋ ਜਾਏਗਾ। ਇਸ ਲਈ ਉਹਨੂੰ ਸਾਰੇ ਦੇ ਸਾਰੇ ਸੁੱਖ ਮਿਲ ਜਾਣੇ। ਤਾਂ ਜਿਸ ਨੇ ਵੀ ਹਰੀ ਨੂੰ ਧਿਆਨ ਵਿੱਚ ਵਸਾਇਆ, ਉਹਨੂੰ ਸਾਰੇ ਸੁੱਖ ਪ੍ਰਾਪਤ ਹੋ ਗਏ। ਤਾਂ ਹੁਣ ਸਾਨੂੰ ਉਪਦੇਸ਼ ਦੇ ਰਹੇ ਨੇ ਕਿ ਸਾਨੂੰ ਕੀ ਕਰਨਾ ਚਾਹੀਦਾ।
ਚਾਹੀਦਾ ਹੈ। ਨਿਤ ਸੰਤ ਜਨਾਂ ਕੀ ਸੰਗਤ ਜਾਏ ਬਹੀਐ ਮੂੰਹ ਜੋੜੀਐ। ਇੱਥੇ ਸੰਤ ਸ਼ਬਦ ਦਾ ਮਤਲਬ ਹੈ ਸਚਿਆਰ, ਜੋ ਸ਼ਾਂਤ ਨੇ, ਜਿਨ੍ਹਾਂ ਨੇ ਹਰੀ ਨੂੰ ਧਿਆਇਆ, ਜਿਨ੍ਹਾਂ ਨੂੰ ਸਾਰੇ ਕਲਿਆਣ ਮਿਲ ਗਏ, ਜੋ ਰੱਬੀ ਰਜ਼ਾ ਦੇ ਅੰਦਰ ਚੱਲ ਰਹੇ ਨੇ, ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ। ਨਿਤ ਸੰਤ ਜਨਾਂ ਕੀ ਸੰਗਤ ਜਾਏ ਬਹੀਐ, ਐਸੇ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ। ਮੂੰਹ ਜੋੜੀਏ ਦਾ ਮਤਲਬ ਕਿ ਉੱਥੇ ਜਾ ਕੇ ਰੱਬੀ ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ। ਐਸੇ ਇਨਸਾਨਾਂ ਦੀ ਸੰਗਤ ਕਰਨੀ ਔਰ ਐਸੇ ਇਨਸਾਨਾਂ ਦੇ ਨਾਲ ਆਪਣਾ ਤਾਲਮੇਲ ਬਿਠਾਉਣਾ ਚਾਹੀਦਾ ਹੈ, ਮੇਲ ਮਿਲਾਪ ਕਰਨਾ ਚਾਹੀਦਾ ਹੈ, ਰੱਬੀ ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ, ਗੁਣਾਂ ਦੀ ਸਾਂਝ ਪਾਣੀ ਚਾਹੀਦੀ ਹੈ। ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀਐ। ਤਾਂ ਜੋ ਹਰੀ ਦਾ ਸੇਵਕ ਹੈ, ਜਿਸ ਨੂੰ ਪਿਛਲੀ ਪੰਕਤੀ ਵਿੱਚ ਸੰਤ ਜਨ ਕਹਿ ਰਹੇ ਨੇ, ਇਸ ਪੰਕਤੀ ਵਿੱਚ ਸੇਵਕ ਸ਼ਬਦ ਵਰਤ ਰਹੇ ਨੇ, ਤਾਂ ਜੋ ਹਰੀ ਦੇ ਸੇਵਕ ਨੇ, ਮੀਨਸ ਜੋ ਰੱਬੀ ਰਜ਼ਾ ਵਿੱਚ ਤੁਰਨ ਵਾਲੇ ਨੇ, ਜਿਨ੍ਹਾਂ ਨੇ ਹਰੀ ਨੂੰ ਆਪਣੇ ਚਿੱਤ ਅੰਦਰ ਵਸਾਇਆ ਹੈ, ਜਿਨ੍ਹਾਂ ਨੇ ਰੱਬੀ ਗੁਣਾਂ ਦਾ ਧਿਆਨ ਧਰਿਆ ਹੈ, ਯਾਨੀ ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਇੰਪਲੀਮੈਂਟ ਕੀਤਾ ਹੈ, ਉਹ ਰੱਬ ਦੇ ਸੇਵਕ ਦੇ ਸਾਰੇ ਦੁੱਖ ਔਰ ਕਲੇਸ਼ ਖਤਮ ਹੋ ਜਾਂਦੇ ਨੇ। ਦੁੱਖ ਵੀ ਮਿਟ ਗਏ ਔਰ ਭੁੱਖ ਦਾ ਮਤਲਬ ਉਹਦੀ ਜ਼ਿੰਦਗੀ ਚੋਂ ਤ੍ਰਿਸ਼ਨਾ ਵੀ ਮਿਟ ਗਈ। ਸਾਰੇ ਕਲੇਸ਼, ਸਾਰੀਆਂ ਤ੍ਰਿਸ਼ਨਾ ਆਦਿਕ ਦੀਆਂ ਭੁੱਖਾਂ ਮਿਟ ਜਾਂਦੀਆਂ ਨੇ ਔਰ ਜੋ ਪ੍ਰਭੂ ਦਾ ਸੇਵਕ ਹੈ ਉਹਦੇ ਸਾਰੇ ਬੰਧਨ ਵੀ ਟੁੱਟ ਜਾਂਦੇ ਨੇ। ਕਾਮ ਕ੍ਰੋਧ ਲੋਭ ਦਾ ਬੰਧਨ ਉਹਨੂੰ ਨਹੀਂ ਰਹਿੰਦਾ, ਮੇਰ ਤੇਰ ਦੇ ਬੰਧਨ ਨਹੀਂ ਰਹਿੰਦੇ, ਆਪਣੇ ਪਰਾਏ ਦੇ ਬੰਧਨ ਨਹੀਂ ਰਹਿੰਦੇ, ਜਾਤੀਵਾਦ ਦੇ ਬੰਧਨ ਨਹੀਂ ਰਹਿੰਦੇ। ਉਹ ਇਹਨਾਂ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ, ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਔਰ ਇਹਨਾਂ ਬੰਧਨਾਂ ਤੋਂ ਉਹ ਖਲਾਸੀ ਪਾ ਲੈਂਦਾ। ਰੱਬ ਦਾ ਪਿਆਰਾ ਭਗਤ ਕਿਵੇਂ ਬਣਦਾ ਹੈ? ਗੁਰੂ ਜੀ ਕਹਿੰਦੇ ਨੇ ਹਰ ਕਿਰਪਾ ਤੇ ਹੋਆ ਹਰ ਭਗਤ। ਇੱਥੇ ਵਿਸ਼ਰਾਮ ਲਗਾਵਾਂਗੇ ਭਗਤ ਤੇ। ਹਰ ਕਿਰਪਾ ਤੇ ਹੋਆ ਹਰ ਭਗਤ, ਹਰ ਭਗਤ ਜਨਾਂ ਕੈ ਮੂੰਹ ਡਿਠੈ, ਜਗਤ ਤਰਿਆ ਸਭ ਲੋੜੀਐ। ਜਗਤ ਤਰਨਾ ਜ਼ਰੂਰੀ ਹੈ, ਲੋੜੀਏ ਦਾ ਮਤਲਬ ਤਰਨਾ ਚਾਹੀਦਾ ਹੈ। ਮੂੰਹ ਡਿਠੈ ਦਾ ਮਤਲਬ ਜੇ ਮੂੰਹ ਵੇਖੀਏ, ਦਰਸ਼ਨ ਕਰੀਏ, ਮੀਨਸ ਸੰਗਤ ਕਰੀਏ। ਹਰੀ ਦਾ ਭਗਤ ਹਰੀ ਦੀ ਕਿਰਪਾ ਦੇ ਨਾਲ ਬਣਦਾ ਹੈ, ਭਾਵ ਕਿ ਉਹ ਰੱਬੀ ਕਿਰਪਾ ਦਾ ਪਾਤਰ ਬਣਦਾ ਹੈ, ਰੱਬੀ ਰਜ਼ਾ ਦੇ ਵਿੱਚ ਤੁਰਦਾ ਹੈ। ਤੇ ਜੋ ਰੱਬੀ ਰਹਿਮਤ ਦਾ ਪਾਤਰ ਬਣ ਜਾਂਦਾ ਹੈ ਉਹ ਰੱਬ ਦਾ ਪਿਆਰਾ ਹੋ ਗਿਆ, ਰੱਬ ਦਾ ਭਗਤ ਹੋ ਗਿਆ। ਤੇ ਭਗਤ ਕਿਹਨੂੰ ਕਹਿੰਦੇ ਨੇ, ਇਸ ਬਾਰੇ ਤਾਂ ਬਾਰ-ਬਾਰ ਵਿਆਖਿਆ ਕਰਨ ਦੀ ਲੋੜ ਨਹੀਂ ਹੈ। ਜੋ ਰੱਬੀ ਗੁਣਾਂ ਦਾ ਧਾਰਨੀ ਹੈ, ਜੋ ਰੱਬੀ ਰਜ਼ਾ ਦੇ ਅੰਦਰ ਤੁਰ ਰਿਹਾ ਹੈ, ਰੱਬੀ ਰਹਿਮਤ ਦਾ ਪਾਤਰ ਬਣ ਕੇ ਉਹ ਰੱਬ ਦਾ ਭਗਤ ਹੋਇਆ ਹੈ। ਤੇ ਗੁਰੂ ਜੀ ਕਹਿੰਦੇ ਨੇ ਹਰ ਭਗਤ ਜਨਾਂ ਕੇ ਮੂੰਹ ਡਿਠੈ। ਮੂੰਹ ਡਿਠੈ ਦਾ ਮਤਲਬ ਦਰਸ਼ਨ ਕੀਤਿਆਂ, ਮੀਨਸ ਸੰਗਤ ਕੀਤਿਆਂ। ਤਾਂ ਜੋ ਵੀ ਉਹਨਾਂ ਦੀ ਸੰਗਤ ਵਿੱਚ ਰਹਿੰਦਾ ਹੈ ਉਹ ਸੰਸਾਰ ਦਾ ਹਰ ਵਿਅਕਤੀ ਤਰ ਸਕਦਾ ਹੈ। ਜਗਤ ਤਰਿਆ ਸਭ ਲੋੜੀਐ, ਯਾਨੀ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਸਾਰਾ ਸੰਸਾਰ ਤਰ ਸਕਦਾ ਹੈ। ਜੇ ਉਹਨਾਂ ਦੀ ਸੰਗਤ ਕਰੇ, ਉਹਨਾਂ ਰਾਹਾਂ ਤੇ ਤੁਰੇ, ਉਹ ਵੀ ਰੱਬ ਦੇ ਪਿਆਰਿਆਂ ਦੀ ਤਰ੍ਹਾਂ ਰੱਬ ਦੀ ਰਹਿਮਤ ਦਾ ਜੇ ਕੋਈ ਪਾਤਰ ਬਣੇ ਤਾਂ ਸਾਰਾ ਸੰਸਾਰ ਤਰ ਸਕਦਾ ਹੈ। ਸਾਰਾ ਸਮਾਜ ਇਹਨਾਂ ਵਿਕਾਰਾਂ ਤੋਂ ਮੁਕਤ ਹੋ ਸਕਦਾ ਹੈ। ਸਮਾਜ ਦਾ ਹਰ ਵਿਅਕਤੀ ਐਸਾ ਇਨਸਾਨ ਹੋ ਸਕਦਾ ਹੈ, ਕਿਉਂਕਿ ਜੇ ਇੱਕ ਹੋ ਸਕਦਾ ਹੈ ਤਾਂ ਦੂਜਾ ਵੀ ਹੋ ਸਕਦਾ ਹੈ। ਜਿਹੜਾ ਕੰਮ ਇੱਕ ਬੰਦਾ ਕਰ ਸਕਦਾ ਹੈ ਦੂਜਾ ਬੰਦਾ ਵੀ ਕਰ ਸਕਦਾ ਹੈ, ਪੋਸੀਬਿਲਿਟੀ ਦੂਜੇ ਵਿੱਚ ਵੀ ਹੈ। ਤਾਂ ਸਾਰਾ ਸੰਸਾਰ ਚੰਗਾ ਹੋ ਸਕਦਾ ਹੈ, ਸਮਾਜ ਚੰਗਾ ਹੋ ਸਕਦਾ ਹੈ। ਇਹ ਸੰਭਾਵਨਾ ਸਾਡੇ ਸਮਾਜ ਅੰਦਰ ਹੈ। ਤਾਂ ਸਾਨੂੰ ਇਸ ਪਾਸੇ ਟਰਾਈ ਕਰਨੀ ਚਾਹੀਦੀ ਹੈ ਕਿ ਅਸੀਂ ਆਪ ਵੀ ਰੱਬੀ ਗੁਣਾਂ ਦੇ ਧਾਰਨੀ ਹੋਈਏ ਔਰ ਦੂਜਿਆਂ ਲੋਕਾਂ ਨੂੰ ਵੀ ਪ੍ਰੇਰੀਏ ਕਿ ਪਿਆਰਿਓ ਐਸੀ ਜ਼ਿੰਦਗੀ ਜੀਵੀ ਜਾ ਸਕਦੀ ਹੈ। ਔਰ ਇਹ ਗੱਲ ਨੂੰ ਸਮਝੀਏ ਅਤੇ ਸਮਝਾਈਏ ਕਿ ਇਹ ਪੂਰੇ ਸਮਾਜ ਨੂੰ ਬਦਲਿਆ ਜਾ ਸਕਦਾ ਹੈ। ਜੇ ਬੰਦੇ ਬਦਲਣਾ ਚਾਹਣ ਖੁਦ ਤਾਂ ਇਹ ਸਮਾਜ ਸੋਹਣਾ ਹੋ ਸਕਦਾ ਹੈ, ਚੰਗਾ ਹੋ ਸਕਦਾ ਹੈ। ਸ਼ਲੋਕ ਮਹਿਲਾ ਤੀਜਾ। ਸਾ ਰਸਨਾ ਜਲ ਰਾਓ, ਜਿਨ ਹਰ ਕਾ ਸਵਾਉ ਨਾ ਪਾਇਆ। ਸਵਾਉ ਦਾ ਮਤਲਬ ਸਵਾਦ, ਰਸ। ਰਸਨਾ ਦਾ ਮਤਲਬ ਜੀਭ। ਜਿਸ ਜੀਭ ਨੇ ਹਰੀ ਦੇ ਗੁਣਾਂ ਦਾ ਸਵਾਦ ਨਹੀਂ ਚੱਖਿਆ ਉਹ ਜੀਭ ਸੜ ਜਾਏ। ਸੜ ਜਾਏ ਦਾ ਮਤਲਬ ਕਿ ਉਹ ਜੀਭ ਨਿਕੰਮੀ ਹੈ, ਉਹ ਕਿਸੇ ਕੰਮ ਦੀ ਨਹੀਂ। ਅਸੀਂ ਆਮ ਕਹਿੰਦੇ ਆ ਨਾ, ਫਲਾਂ ਬੰਦਾ ਉਹ ਦਫਾ ਕਰ ਉਹਨੂੰ, ਅੱਗ ਲਾ ਪਰਾਂ, ਮਾਰ ਪਰੇ, ਸੁੱਟ ਪਰੇ, ਇਹ ਸ਼ਬਦ ਵਰਤਦੇ ਆ। ਜਲ ਜਾਓ, ਸੜ ਪਰਾਂ, ਸੜ ਮਰ, ਯਾਨੀ
ਉਹ ਰਸਨਾ ਬੇਕਾਰ ਹੈ, ਵਿਅਰਥ ਹੈ। ਉਹ ਜੀਭ ਹੀ ਸੜ ਜਾਏ ਜਿਹੜੀ ਜੀਭ ਨੇ ਰੱਬੀ ਗੁਣਾਂ ਦਾ ਰਸ ਨਹੀਂ ਮਾਣਿਆ। ਤਾਂ ਇਹਦਾ ਮਤਲਬ ਜਿਹੜੀ ਜੀਭ ਰਸਨਾ ਗੁਣਾਂ ਦਾ ਉਚਾਰਨ ਨਹੀਂ ਕਰਦੀ, ਉਹ ਰਸਨਾ ਬੇਕਾਰ ਹੈ। ਭਾਵ ਕਿ ਉਸ ਮਨੁੱਖ ਦੀ ਜ਼ਿੰਦਗੀ ਬੇਕਾਰ ਅਤੇ ਵਿਅਰਥ ਹੈ ਜਿਹੜਾ ਮਨੁੱਖ ਜ਼ਬਾਨ ਦੇ ਨਾਲ ਰੱਬੀ ਗੁਣਾਂ ਦੀ ਗੱਲ ਨਹੀਂ ਕਰਦਾ। ਤਾਂ ਦੇਖੋ ਕਿੰਨਾ ਸੌਖਾ ਸਾਧਨ ਹੈ ਕਿ ਜੇ ਅਸੀਂ ਸਿਰਫ ਜ਼ਬਾਨ ਤੇ ਕੰਟਰੋਲ ਕਰ ਲੈ ਬੰਦਾ, ਔਰ ਜ਼ਬਾਨ ਦੇ ਨਾਲ ਪੋਜ਼ਿਟਿਵ ਬੋਲ ਬੋਲੇ, ਸਕਾਰਾਤਮਕ ਬੋਲ ਬੋਲੇ, ਗੁਣਾਂ ਦੀ ਗੱਲ ਕਰੇ, ਔਗੁਣਾਂ ਦੀ ਗੱਲ ਹੀ ਨਾ ਕਰੇ, ਅਵਗੁਣਾਂ ਦੀ ਗੱਲ ਹੀ ਨਾ ਕਰੇ, ਨੈਗੇਟਿਵ ਬੋਲ ਬੋਲੇ ਹੀ ਨਾ, ਪਾਪ ਅਪਰਾਧ ਵਾਲੇ ਬੋਲ ਨਾ ਬੋਲੇ, ਕਿਸੇ ਦੀ ਚੁਗਲੀ ਨਾ ਕਰੇ, ਕਿਸੇ ਦੀ ਨਿੰਦਿਆ ਨਾ ਕਰੇ, ਬਦਖੋਈ ਨਾ ਕਰੇ, ਝੂਠ ਨਾ ਬੋਲੇ, ਤਾਂ ਸਮਾਜ ਦਾ ਸਾਰਾ ਸਵਰਗ ਬਣ ਜਾਏਗਾ। ਸਾਡੀ ਜ਼ਬਾਨ ਤੇ ਡਿਪੈਂਡ ਕਰਦਾ ਨਾ, ਚਾਹੇ ਸਾਡਾ ਘਰ ਹੈ, ਸਾਡਾ ਪਰਿਵਾਰ ਹੈ, ਜਾਂ ਸਮਾਜ ਹੈ, ਜਾਂ ਸਾਡੀ ਜ਼ਿੰਦਗੀ ਹੈ, ਤਾਂ ਸਾਡੀ ਜ਼ਬਾਨ ਦੇ ਉੱਤੇ ਕਿੰਨਾ ਕੁਝ ਡਿਪੈਂਡ ਕਰ ਰਿਹਾ ਹੈ। ਹਾਲਾਂਕਿ ਜ਼ਬਾਨ ਨੇ ਉਹ ਚੀਜ਼ ਬੋਲਣੀ ਹੈ ਜੋ ਅੰਦਰ ਹੈ, ਤੇ ਜੇ ਅਸੀਂ ਜ਼ਬਾਨ ਦੇ ਨਾਲ ਸਿਰਫ ਸੱਚ ਬੋਲੀਏ, ਪਿਆਰ ਵਾਲੇ ਬੋਲ ਬੋਲੀਏ, ਦੂਜੇ ਬੋਲ ਹੀ ਨਾ ਬੋਲੋ, ਜਿਹੜਾ ਕੰਮ ਨਹੀਂ ਕਰਨਾ ਉਹ ਗੱਲ ਹੀ ਨਾ ਕਰੋ। ਆਮ ਪੰਜਾਬੀ ਦੀ ਕਹਾਵਤ ਹੈ ਕਿ ਜਿਸ ਪਿੰਡ ਨਹੀਂ ਜਾਣਾ ਉਹਦਾ ਰਾਹ ਕਿਉਂ ਪੁੱਛਣਾ। ਤਾਂ ਗੁਰੂ ਜੀ ਕਹਿੰਦੇ ਨੇ ਉਹ ਰਸਨਾ ਸੜ ਜਾਏ, ਉਹ ਰਸਨਾ ਨਿਕੰਮੀ ਹੈ ਜਿਨਨੇ ਹਰੀ ਦੇ ਗੁਣਾਂ ਦਾ ਰਸ ਨਹੀਂ ਮਾਣਿਆ। ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਰਸਮਈ ਬਣਾ ਸਕਦੇ ਹਾਂ ਜੇ ਅਸੀਂ ਆਪਣੀ ਜ਼ਬਾਨ ਦੇ ਉੱਤੇ ਕੰਟਰੋਲ ਕਰੀਏ, ਔਰ ਅਸੀਂ ਆਪਣੀ ਜ਼ਿੰਦਗੀ ਨੂੰ ਬੇਰਸੀ ਬਣਾਇਆ ਹੋਇਆ ਹੈ ਸਿਰਫ ਆਪਣੀ ਭੈੜੀ ਜ਼ਬਾਨ ਕਰਕੇ। ਨਾਨਕ ਰਸਨਾ ਸ਼ਬਦ ਰਸਾਏ ਜਿਨ ਹਰ ਹਰ ਮਨ ਵਸਾਇਆ। ਰਸਾਏ ਦਾ ਮਤਲਬ ਰਸ ਜਾਂਦੀ ਹੈ, ਭਿੱਜ ਜਾਂਦੀ ਹੈ। ਜਿਨ ਦਾ ਮਤਲਬ ਜਿਸ ਜੀਵ ਨੇ, ਉਹ ਜੀਵ ਗੁਰੂ ਦੇ ਸ਼ਬਦ ਵਿੱਚ ਰਸ ਜਾਂਦੀ ਹੈ ਜਿਸ ਨੇ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾਇਆ ਹੈ। ਹੁਣ ਦੇਖੋ ਗੱਲ ਆ ਗਈ ਨਾ ਉੱਥੇ ਕਿ ਜੀਵ ਨੇ ਉਹ ਬੋਲਣਾ ਜੋ ਅੰਦਰ ਹੈ, ਤੇ ਜੇ ਸਾਡੇ ਮਨ ਦੇ ਅੰਦਰ ਸੱਚ ਹੋਏਗਾ, ਮਨ ਅੰਦਰ ਸੱਚ ਹੋਏਗਾ, ਤਾਂ ਜੀਭ ਤਾਂ ਸੱਚ ਬੋਲੇਗੀ, ਫਿਰ ਜੀਭ ਉਸ ਸੱਚ ਦੇ ਅੰਦਰ ਰਸ ਜਾਏਗੀ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਬਾਨ ਤੋਂ ਚੰਗੇ ਪਿਆਰੇ ਬੋਲ ਨਿਕਲਣ, ਤਾਂ ਇਹ ਚੀਜ਼ਾਂ ਸਾਨੂੰ ਆਪਣੀ ਮੈਂਟੈਲਿਟੀ, ਮਾਨਸਿਕਤਾ, ਸੋਚ ਦੇ ਅੰਦਰ ਵਸਾਉਣੀਆਂ ਚਾਹੀਦੀਆਂ ਨੇ। ਰੱਬੀ ਗੁਣ, ਪਿਆਰ ਵਾਲੇ ਬੋਲ, ਸਾਨੂੰ ਬਾਰ-ਬਾਰ ਇਹ ਚੀਜ਼ਾਂ ਰਿਪੀਟ ਕਰਨੀਆਂ ਚਾਹੀਦੀਆਂ ਨੇ ਕਿ ਮੈਂ ਪਿਆਰ ਵਾਲੇ ਬੋਲ ਬੋਲਣੇ ਨੇ, ਮੈਂ ਸਕਾਰਾਤਮਕ ਬੋਲ ਬੋਲਣੇ ਨੇ, ਮੈਂ ਕੋਈ ਮਾੜਾ ਜ਼ਬਾਨ ਦੇ ਨਾਲ ਸ਼ਬਦ ਨਹੀਂ ਬੋਲਣਾ, ਮੇਰੀ ਜ਼ਬਾਨ ਪਿਆਰੀ ਹੋਣੀ ਚਾਹੀਦੀ ਹੈ, ਮਿੱਠੀ ਹੋਣੀ ਚਾਹੀਦੀ ਹੈ। ਮੈਂ ਉਹ ਬੋਲ ਬੋਲਾਂਗਾ ਹਮੇਸ਼ਾ ਜਿਸ ਨਾਲ ਮੈਨੂੰ ਵੀ ਖੁਸ਼ੀ ਮਿਲੇ। ਮੈਂ ਉਹ ਬੋਲ ਬੋਲਾਂਗਾ ਹਮੇਸ਼ਾ ਜਿਸ ਨਾਲ ਕਿਸੇ ਦੂਜੇ ਨੂੰ ਵੀ ਖੁਸ਼ੀ ਮਿਲੇ, ਜਿਹਦੇ ਨਾਲ ਮੇਰੇ ਅੰਦਰ ਵੀ ਸਕਾਰਾਤਮਕਤਾ ਆਵੇ, ਦੂਜੇ ਦੇ ਅੰਦਰ ਵੀ ਸਕਾਰਾਤਮਕਤਾ ਆਵੇ, ਮੈਂ ਆਪ ਵੀ ਪੋਜ਼ਿਟਿਵ ਰਹਾਂ, ਔਰ ਜੋ ਮੇਰੇ ਬੋਲਾਂ ਨੂੰ ਸੁਣੇ ਉਹਦੇ ਅੰਦਰ ਵੀ ਵਿਲ ਪਾਵਰ ਪੈਦਾ ਹੋਵੇ, ਉਹਦੇ ਅੰਦਰ ਵੀ ਪੋਜ਼ਿਟਿਵਿਟੀ ਆਵੇ, ਉਹਦੇ ਅੰਦਰ ਵੀ ਕੁਝ ਚੰਗਾ ਕਰਨ ਵਾਸਤੇ ਉਤਸ਼ਾਹ ਜਾਗੇ। ਤਾਂ ਸਾਡੇ ਬੋਲ ਐਸੇ ਪਿਆਰੇ ਔਰ ਸਕਾਰਾਤਮਕ ਹੋਣੇ ਚਾਹੀਦੇ ਨੇ ਜਿਨ੍ਹਾਂ ਬੋਲਾਂ ਨੂੰ ਸੁਣ ਕੇ ਕਿਸੇ ਦੇ ਚਿਹਰੇ ਦੇ ਉੱਤੇ ਮੁਸਕਾਨ ਆ ਜਾਏ, ਕਿਸੇ ਦੇ ਚਿਹਰੇ ਦੇ ਉੱਤੇ ਖੁਸ਼ੀ ਆ ਜਾਏ। ਸਾਡੇ ਬੋਲ ਕਿਸੇ ਦੇ ਹੰਝੂਆਂ ਦਾ ਕਾਰਨ ਨਹੀਂ ਬਣਨੇ ਚਾਹੀਦੇ, ਸਾਡੇ ਬੋਲ ਕਿਸੇ ਦੀ ਖੁਸ਼ੀ ਦਾ ਕਾਰਨ ਬਣਨੇ ਚਾਹੀਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਨੇ ਆਪਣੇ ਮਨ ਦੇ ਅੰਦਰ ਹਰੀ ਨੂੰ ਵਸਾਇਆ ਹੈ, ਰੱਬੀ ਗੁਣਾਂ ਨੂੰ ਵਸਾਇਆ ਹੈ, ਉਹਨਾਂ ਦੀ ਜੋ ਰਸਨਾ ਹੈ ਉਹ ਸ਼ਬਦ ਦੇ ਅੰਦਰ, ਸ਼ਬਦ ਦੇ ਵਿੱਚ ਬੋਲਾਂ ਹੈ, ਚੰਗੇ ਸ਼ੁਭ ਬੋਲਾਂ ਦੇ ਅੰਦਰ ਰਸ ਜਾਂਦੀ ਹੈ, ਭਿੱਜ ਜਾਂਦੀ ਹੈ। ਮਹਿਲਾ ਤੀਜਾ, ਸਾ ਰਸਨਾ ਜਲ ਜਾਓ ਜਿਨ ਹਰ ਕਾ ਨਾਉ ਵਿਸਾਰਿਆ। ਨਾਉ ਦਾ ਮਤਲਬ ਨਾਮ, ਨਾਮ ਦਾ ਮਤਲਬ ਹੁਕਮ। ਉਹ ਰਸਨਾ, ਉਹ ਜੀਭ ਸੜ ਜਾਏ ਜਿਸ ਨੇ ਰੱਬੀ ਹੁਕਮ ਨੂੰ ਵਿਸਾਰ ਦਿੱਤਾ ਹੈ, ਜੋ ਰੱਬੀ ਹੁਕਮ ਦੀ ਨਹੀਂ ਗੱਲ ਕਰਦੀ, ਜਿਹੜੀ ਜੀਵ ਰੱਬੀ ਹੁਕਮ ਤੋਂ ਬਾਹਰ ਗੱਲ ਕਰਦੀ ਕਿ ਰੱਬ ਦੇ ਹੁਕਮ ਤੋਂ ਬਾਹਰ ਵੀ ਕੁਝ ਹੋ ਸਕਦਾ ਹੈ, ਸੜ ਜਾਣੀ ਚਾਹੀਦੀ ਉਹ ਜੀਵ। ਜਿਵੇਂ ਆਮ ਅਸੀਂ ਦੇਖਦੇ ਹਾਂ ਕਿ ਫਲਾਂ ਬਾਬੇ ਨੇ ਜੀ ਕਰਾਮਾਤ ਕਰ ਦਿੱਤੀ, ਫਲਾਂ ਬਾਬੇ ਨੇ ਜੀ ਲੰਗਰ ਵਧਾ ਦਿੱਤਾ, ਥੋੜਾ ਜਿਹਾ ਲੰਗਰ ਸੀ, 5-4 ਪ੍ਰਸ਼ਾਦੇ, ਟੱਬ ਦੇ ਉੱਤੇ ਕੱਪੜਾ ਬਾਬਾ ਜੀ ਕਹਿਣ ਲੱਗੇ ਪਾ ਦਿਓ, ਤੇ ਵਰਤਾਈ ਜੋ ਵਰਤਾਈ ਗਏ, ਸ਼ਾਮ ਤੱਕ ਉਹ 4 ਪ੍ਰਸ਼ਾਦੇ ਹੀ ਨਹੀਂ ਵਰਤੇ, ਆਪੇ ਬਣਦੇ ਗਏ। ਤਾਂ ਇਹ ਝੂਠ ਹੀ ਹੈ ਨਾ, ਰੱਬੀ ਹੁਕਮ ਤੋਂ ਉਲਟ ਹੈ।
ਐਸਾ ਕੁਝ ਹੋ ਨਹੀਂ ਸਕਦਾ ਜਿਵੇਂ ਕਰਾਮਾਤਾਂ ਨੇ ਜਾਂ ਜੋਤਿਸ਼ ਵਗੈਰਾ ਅਖੌਤੀ ਜਿਹੜੇ ਤੁਰੇ ਫਿਰਦੇ ਨੇ, ਕਰਾਮਾਤਾਂ ਜਾਂ ਭੂਤ ਪ੍ਰੇਤ ਜਾਂ ਜੰਤਰ ਮੰਤਰ ਜਾਂ ਹੋਰ ਕਰਮ ਕਾਂਡਾਂ ਦੀਆਂ ਜਿਹੜੀਆਂ ਗੱਲਾਂ ਕਰਨੀਆਂ ਨੇ, ਜੋ ਹੁਕਮ ਤੋਂ ਬਾਹਰ ਨੇ, ਜੋ ਰੱਬੀ ਰਜ਼ਾ ਤੋਂ ਬਾਹਰ ਦੀਆਂ ਗੱਲਾਂ ਕਰਦੀਆਂ ਨੇ, ਤਾਂ ਉਹ ਕਰਮ ਬੇਕਾਰ ਨੇ, ਵਿਅਰਥ ਨੇ। ਐਸੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਬੇਕਾਰ ਹੈ ਉਹ ਜ਼ਬਾਨ ਜਿਹੜੀ ਰੱਬੀ ਹੁਕਮ ਤੋਂ ਬਾਹਰ ਕੋਈ ਗੱਲ ਕਰਦੀ। ਅਸਲ ਦੇ ਵਿੱਚ ਸਾਨੂੰ ਗੱਲ ਤਾਂ ਇਹ ਕਰਨੀ ਚਾਹੀਦੀ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਕਿ ਰੱਬੀ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਕੋਈ ਵੀ ਦਾ ਮਤਲਬ ਕੋਈ ਵੀ, ਪੂਰੀ ਦੁਨੀਆ, ਇੱਕ ਨਿੱਕੀ ਜਿਹੇ ਕਿਣਕੇ ਤੋਂ ਲੈ ਕੇ ਪੂਰਾ ਵੱਡਾ ਸਾਰਾ ਇਹ ਬ੍ਰਹਿਮੰਡ ਜਿਹੜਾ ਹੈ, ਇਹ ਹੁਕਮ ਰਜ਼ਾ ਤੋਂ ਬਾਹਰ ਨਹੀਂ ਹੈ। ਤਾਂ ਰੱਬੀ ਹੁਕਮ ਦੀ ਗੱਲ ਕਰਨੀ ਚਾਹੀਦੀ ਹੈ, ਹੁਕਮ ਵਿੱਚ ਤੁਰਨਾ ਚਾਹੀਦਾ ਹੈ। ਤੇ ਜਿਹੜੀ ਜ਼ਬਾਨ ਰੱਬੀ ਹੁਕਮ ਤੋਂ ਉਲਟ ਕੁਛ ਕਹਿੰਦੀ ਹੈ, ਕਰਦੀ ਹੈ, ਉਹ ਜ਼ਬਾਨ ਸੜਨ ਯੋਗ ਹੈ, ਸੜ ਜਾਣੀ ਚਾਹੀਦੀ ਹੈ। ਭਾਵ ਉਹ ਜ਼ਬਾਨ ਬੇਕਾਰ ਔਰ ਵਿਅਰਥ ਹੈ। ਨਾਨਕ ਗੁਰਮੁਖ ਰਸਨਾ ਹਰ ਜਪੈ, ਹਰ ਕੈ ਨਾਏ ਪਿਆਰਿਆ। ਗੁਰਮੁਖ ਦਾ ਮਤਲਬ ਜੋ ਸਤਿਗੁਰ ਦੇ ਸਨਮੁਖ ਰਹਿੰਦਾ ਹੈ, ਜੋ ਗੁਰੂ ਦੇ ਆਸ਼ੇ ਅਨੁਸਾਰ ਜ਼ਿੰਦਗੀ ਜੀਂਦਾ ਹੈ, ਜਿਨਨੇ ਆਪਣੀ ਮੱਤ ਤਿਆਗ ਕੇ ਗੁਰੂ ਦੀ ਮੱਤ ਧਾਰਨ ਕਰ ਲਈ ਹੈ। ਨਾਨਕ, ਇੱਥੇ ਰੁਕਣਾ ਹੈ ਥੋੜਾ। ਗੁਰਮੁਖ ਰਸਨਾ ਹਰ ਜਪੈ, ਸਤਿਗੁਰ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੀ ਜੋ ਜੀਭ ਹੈ, ਹਰ ਜਪੈ, ਉਹ ਹਰੀ ਦੀ ਸਿਫਤ ਸਲਾਹ ਕਰਦੀ ਹੈ, ਰੱਬੀ ਗੁਣ ਗਾਉਂਦੀ ਹੈ, ਰੱਬੀ ਹੁਕਮ ਦੀ ਗੱਲ ਕਰਦੀ ਹੈ। ਹਰ ਕੈ ਨਾਏ ਪਿਆਰਿਆ, ਨਾਏ ਦਾ ਮਤਲਬ ਹੁਕਮ, ਪਿਆਰਿਆ ਦਾ ਮਤਲਬ ਪਿਆਰ ਵਾਲੀ, ਪਿਆਰ ਕਰਦੀ ਹੈ। ਉਹ ਹਰੀ ਦੇ ਹੁਕਮ ਦੇ ਨਾਲ ਪਿਆਰ ਕਰਦੀ ਹੈ, ਹਰੀ ਦੇ ਹੁਕਮ ਦੇ ਪਿਆਰ ਦੀਆਂ ਗੱਲਾਂ ਕਰਦੀ ਹੈ। ਕੌਣ ਕਰਦੀ ਹੈ? ਗੁਰਮੁਖ ਦੀ ਰਸਨਾ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ, ਉਹ ਜ਼ਬਾਨ ਦੇ ਨਾਲ ਰੱਬੀ ਗੁਣਾਂ ਦੀ ਗੱਲ ਕਰਦੇ ਨੇ, ਰੱਬੀ ਗੁਣਾਂ ਦੇ ਪਿਆਰ ਦੀ ਗੱਲ ਕਰਦੇ ਨੇ, ਰੱਬੀ ਰਜ਼ਾ ਦੇ ਨਾਲ ਪਿਆਰ ਦੀਆਂ ਬਾਤਾਂ ਪਾਉਂਦੇ ਨੇ। ਪੌੜੀ, ਹਰ ਆਪੇ ਠਾਕੁਰ ਸੇਵਕ ਭਗਤ। ਇੱਥੇ ਭਗਤ ਤੇ ਜਾ ਕੇ ਵਿਸ਼ਰਾਮ ਲਗਾਵਾਂ। ਹਰ ਆਪੇ ਠਾਕੁਰ ਸੇਵਕ ਭਗਤ, ਹਰ ਆਪੇ ਕਰੇ ਕਰਾਏ। ਗੁਰੂ ਜੀ ਕਹਿੰਦੇ ਨੇ ਪ੍ਰਭੂ ਆਪ ਹੀ ਠਾਕੁਰ ਹੈ, ਆਪ ਹੀ ਸੇਵਕ ਤੇ ਭਗਤ ਹੈ, ਆਪੇ ਹੀ ਕਰਦਾ ਹੈ ਔਰ ਆਪੇ ਹੀ ਜੀਵਾਂ ਪਾਸੋਂ ਕਰਾਉਂਦਾ ਹੈ। ਮੀਨਸ ਕਿ ਪ੍ਰਭੂ ਸਰਬ ਵਿਆਪਕ ਹੈ, ਮਾਲਕ ਤੇ ਉਹ ਆਪ ਹੈ ਹੀ ਹੈ। ਪਰ ਗੁਰੂ ਜੀ ਕਹਿੰਦੇ ਨੇ ਸੇਵਕ ਔਰ ਭਗਤ ਵੀ ਆਪ ਹੈ, ਯਾਨੀ ਸੇਵਕ ਔਰ ਭਗਤ ਦੇ ਅੰਦਰ ਵੀ ਉਹ ਵਸ ਰਿਹਾ ਹੈ। ਕਰ ਤਾਂ ਆਪ ਹੀ ਰਿਹਾ ਹੈ, ਕਰਾ ਤਾਂ ਆਪ ਹੀ ਰਿਹਾ ਹੈ, ਇਹ ਤੇ ਸਮਝ ਆਉਂਦੀ ਹੈ। ਪਰ ਜੋ ਕੰਮ ਕਰਨ ਵਾਲੇ ਜੀਵ ਨੇ, ਉਹਨਾਂ ਵਿੱਚ ਵੀ ਉਹ ਆਪ ਹੀ ਵਸ ਰਿਹਾ ਹੈ। ਸਰਬ ਵਿਆਪਕ ਹੈ ਨਾ, ਘਟ ਘਟ ਮੈਂ ਹਰਜੂ ਵਸੈ। ਤਾਂ ਇੱਥੇ ਪ੍ਰਭੂ ਦੀ ਸਰਬ ਵਿਆਪਕਤਾ ਦਰਸਾਈ ਜਾ ਰਹੀ ਹੈ ਕਿ ਉਸ ਪ੍ਰਭੂ ਦੀ ਸੱਤਿਆ ਕਰਕੇ ਹੀ ਸਾਰਾ ਕੁਝ ਹੋ ਰਿਹਾ ਹੈ, ਉਹਦੀ ਸੱਤਿਆ ਕਰਕੇ ਹੀ ਭਗਤ ਸੇਵਕ ਸਾਰਾ ਕੁਝ ਕਰ ਰਹੇ ਨੇ। ਮੀਨਸ ਕਿ ਉਹ ਸਰਬ ਵਿਆਪਕ ਹੈ, ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ, ਉਹਦੇ ਤੋਂ ਬਾਹਰ ਕੋਈ ਵੀ ਨਹੀਂ ਹੈ ਔਰ ਉਹ ਕਿਸੇ ਤੋਂ ਬਾਹਰ ਨਹੀਂ। ਭਾਵ ਕਿ ਉਹ ਆਪ ਹੀ ਪਸਰਿਆ ਹੋਇਆ ਹੈ, ਆਪ ਹੀ ਖਿਲ ਰਿਹਾ ਹੋਇਆ ਹੈ, ਆਪ ਹੀ ਕੰਟੀਨਿਊ ਹਰ ਥਾਂ ਦੇ ਉੱਤੇ ਸਮਾਇਆ ਹੋਇਆ ਹੈ। ਹਰ ਆਪੇ ਵੇਖੈ ਵਿਗਸੈ ਆਪੇ, ਜਿਤ ਭਾਵੈ ਤਿਤ ਲਾਏ। ਵਿਗਸੈ ਦਾ ਮਤਲਬ ਖੁਸ਼ ਹੁੰਦਾ ਹੈ, ਜਿਤ ਦਾ ਮਤਲਬ ਜਿੱਧਰ। ਆਪ ਹੀ ਵੇਖਦਾ ਹੈ, ਆਪ ਹੀ ਪ੍ਰਸੰਨ ਹੁੰਦਾ ਹੈ, ਜਿੱਧਰ ਚਾਹੁੰਦਾ ਹੈ ਉਧਰ ਹੀ ਜੀਵਾਂ ਨੂੰ ਲਾਉਂਦਾ ਹੈ। ਹੁਣ ਆਪ ਹੀ ਵੇਖ ਰਿਹਾ ਹੈ, ਤਾਂ ਪਹਿਲੀ ਗੱਲ ਤਾਂ ਜੇ ਮੈਂ ਦੇਖ ਰਿਹਾ, ਤੁਸੀਂ ਦੇਖ ਰਹੇ ਹੋ, ਅਸੀਂ ਤਾਂ ਦੇਖ ਪਾ ਰਹੇ ਹਾਂ ਕਿ ਉਹਦੀ ਸੱਤਿਆ ਹੈ ਅੰਦਰ ਨਾ। ਜੇ ਸੱਤਿਆ ਨਹੀਂ ਹੋਏਗੀ ਤਾਂ ਨਹੀਂ ਦੇਖ ਪਾਵਾਂਗੇ। ਦੂਜੀ ਗੱਲ ਕਿ ਉਹ ਵੇਖ ਰਿਹਾ ਹੈ ਮੇਰੇ ਹਰ ਕਰਮ ਨੂੰ। ਮੇਰਾ ਕੋਈ ਕਰਮ ਪ੍ਰਭੂ ਤੋਂ ਛਿਪਿਆ ਹੋਇਆ ਨਹੀਂ ਹੈ, ਵੇਖ ਰਿਹਾ ਹੈ। ਸਿਸਟਮ ਦੇ ਅੰਦਰ ਮੈਂ ਵਾਚਿਆ ਜਾ ਰਿਹਾ ਹਾਂ। ਵਿਗਸੈ ਆਪੇ, ਆਪ ਹੀ ਉਹ ਵਿਗਸ ਰਿਹਾ ਹੈ, ਖੁਸ਼ ਹੋ ਰਿਹਾ ਹੈ। ਔਰ ਜਿੱਧਰ ਉਹ ਪ੍ਰੇਰਦਾ ਹੈ, ਜਿਵੇਂ ਉਹਦਾ ਭਾਣਾ ਹੈ, ਉਧਰ ਹੀ ਜੀਵਾਂ ਨੂੰ ਲਗਾਉਂਦਾ ਹੈ। ਭਾਵ ਕਿ ਜੋ ਜੀਵ ਨੇ ਉਹਦੀ ਰਜ਼ਾ ਭਾਣੇ ਤੋਂ ਬਾਹਰ ਕੁਝ ਨਹੀਂ ਕਰ ਸਕਦੇ। ਆਪ ਵੇਖਦਾ ਹੈ, ਆਪ ਵਿਗਸਦਾ ਹੈ। ਆ ਸਾਰਾ ਸੰਸਾਰ ਵਿਗਸ ਰਿਹਾ ਨਾ, ਮੌਲਿਆ ਹੋਇਆ ਹੈ, ਸਾਰਾ ਸੰਸਾਰ ਖਿੜਿਆ ਹੋਇਆ ਹੈ, ਤਾਂ ਇਹਦੇ ਵਿੱਚ ਰੱਬ ਹੀ ਖਿੜਿਆ ਹੋਇਆ ਹੈ, ਰੱਬ ਕਰਕੇ ਹੀ ਖਿੜਿਆ ਹੋਇਆ ਹੈ। ਮੀਨਸ ਕਿ ਉਹ ਸਰਬ ਵਿਆਪਕ ਹੈ। ਹਰ ਇੱਕ ਨਾ ਮਾਰਗ ਪਾਏ ਆਪੇ,
ਹਰ ਇੱਕ ਨਾ ਉਜੜ ਪਾਏ। ਉਜੜ ਦਾ ਮਤਲਬ ਕੁਰਾਹੇ, ਮਾਰਗ ਦਾ ਮਤਲਬ ਰਾਸਤੇ ਤੇ। ਤਾਂ ਗੁਰੂ ਜੀ ਕਹਿੰਦੇ ਨੇ ਇੱਕ ਉਹ ਨੇ ਜਿਨ੍ਹਾਂ ਨੂੰ ਆਪ ਹੀ ਸਿੱਧੇ ਰਸਤੇ ਤੇ ਪਾਉਂਦਾ ਹੈ, ਤੇ ਇੱਕ ਨਾ ਨੂੰ ਕੁਰਾਹੇ ਪਾ ਦਿੰਦਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਜੇ ਕੁਰਾਹੇ ਰੱਬ ਨੇ ਪਾਇਆ ਹੈ, ਜਿਵੇਂ ਅਸੀਂ ਸਮਝਦੇ ਹਾਂ, ਤਾਂ ਫਿਰ ਤਾਂ ਦੋਸ਼ੀ ਰੱਬ ਹੈ। ਹੁਣ ਤੁਸੀਂ ਮੈਨੂੰ ਕਹੋ ਕਿ ਇੱਥੋਂ ਗਿਆਨੀ ਜੀ ਇਹ ਚੀਜ਼ ਚੋਰੀ ਚੁੱਕ ਲਓ, ਆਪ ਹੀ ਮੈਨੂੰ ਕਹਿ ਕੇ ਚੋਰੀ ਕਰਾਓ, ਤੇ ਆਪ ਹੀ ਜਿਹਦੀ ਚੋਰੀ ਕੀਤੀ ਹੈ ਉਹਨੂੰ ਕਹੋ ਕਿ ਤੇਰੀ ਚੋਰੀ ਮੋਹਰ ਸਿੰਘ ਨੇ ਕੀਤੀ ਹੈ, ਤੇ ਆਪ ਹੀ ਉਹਨੂੰ ਕਹਿ ਦਿਓ ਕਿ ਇਹਨੂੰ ਥਾਣੇ ਫਸਾ ਦੇ, ਤਾਂ ਦੋਸ਼ ਕਿਹਦਾ ਹੋਇਆ? ਹਾਲਾਂਕਿ ਮੈਂ ਦੋਸ਼ੀ ਹਾਂ, ਮੈਨੂੰ ਨਹੀਂ ਕਰਨੀ ਚਾਹੀਦੀ, ਪਰ ਮੈਂ ਤੁਹਾਡਾ ਹੁਕਮ ਮੰਨ ਰਿਹਾ, ਤੁਸੀਂ ਕਰਾ ਰਹੇ ਹੋ। ਜੇ ਅਸੀਂ ਰੱਬ ਦੇ ਉੱਤੇ ਦੋਸ਼ ਲਾਈਏ ਤਾਂ ਫਿਰ ਤਾਂ ਦੋਸ਼ੀ ਰੱਬ ਹੋਇਆ ਨਾ। ਇੱਥੇ ਗੱਲ ਹੁਕਮ ਦੀ ਹੈ। ਜਿਵੇਂ ਤੁਸੀਂ ਸਿਸਟਮ ਨੂੰ ਫੋਲੋ ਕਰੋਗੇ ਉਵੇਂ ਦੇ ਬਣ ਜਾਓ। ਜਿਵੇਂ ਮਿਸਾਲ ਵਜੋਂ, ਸਿਰਫ ਇੱਕ ਮਿਸਾਲ ਲੈ ਰਿਹਾ, ਜੇ ਮਿਸਾਲ ਨੂੰ ਪ੍ਰਮਾਣ ਵਾਸਤੇ ਜਿਹੜੀ ਚੀਜ਼ ਲਈ ਜਾਂਦੀ ਹੈ, ਜੇ ਉਹਦਾ ਵਿਸ਼ਲੇਸ਼ਣ ਕਰਨ ਲੱਗ ਜਾਓ ਤੇ ਫਿਰ ਖਿੱਦੂ ਫੂਲਿਆਂ ਲੀਰਾਂ ਨਿਕਲਦੀਆਂ ਨੇ, ਕੁਛ ਨਹੀਂ ਨਿਕਲਦਾ। ਇੱਕ ਚੀਜ਼ ਨੂੰ ਸਮਝਣਾ ਹੁੰਦਾ, ਇੱਕ ਪੱਖ ਨੂੰ। ਜਿਵੇਂ ਹੁਣ ਬਿਜਲੀ ਹੈ, ਤਾਂ ਸਾਡੇ ਘਰਾਂ ਦੇ ਅੰਦਰ ਸਾਰੀਆਂ ਤਾਰਾਂ ਵਿੱਚ ਬਿਜਲੀ ਹੈ, ਬਿਜਲੀ ਚਲਾ ਰਹੀ ਹੈ, ਫ੍ਰਿਜ ਵੀ ਚਲਾ ਰਹੀ ਹੈ, ਹੀਟਰ ਵੀ ਚਲਾ ਰਹੀ ਹੈ। ਇੱਕੋ ਥਾਂ ਤੇ ਬਿਜਲੀ ਜਿਹੜੀ ਹੈ ਉਹਦੇ ਨਾਲ ਅਸੀਂ ਫ੍ਰਿਜ ਚਲਾ ਕੇ ਤੇ ਪਾਣੀ ਆਦਿਕ ਨੂੰ ਜਮਾ ਰਹੇ ਹਾਂ, ਬਰਫ਼ ਬਣਾ ਰਹੇ ਹਾਂ। ਦੂਜੇ ਥਾਂ ਤੇ ਬਿਜਲੀ ਨੂੰ ਵਰਤ ਕੇ ਅੱਗ ਬਾਲੀ ਜਾ ਰਹੀ ਹੈ। ਤੀਜੇ ਥਾਂ ਤੇ ਬਿਜਲੀ ਨੂੰ ਵਰਤ ਕੇ ਆਰੇ ਦੇ ਨਾਲ ਕੋਈ ਲੱਕੜ ਆਦਿਕ ਚੀਰੀ ਜਾ ਰਹੀ ਹੈ। ਯਾਨੀ ਕਿੰਨੇ ਥਾਵਾਂ ਤੇ ਬਿਜਲੀ ਕਿੰਨੇ ਢੰਗਾਂ ਦੇ ਨਾਲ ਵਰਤੀ ਜਾ ਰਹੀ ਹੈ ਨਾ। ਹੁਣ ਡਿਪੈਂਡ ਕਰਦਾ ਹੈ ਕਿ ਉਹਨੂੰ ਕਿਸ ਰੂਪ ਵਿੱਚ ਤੁਸੀਂ ਵਰਤੋਗੇ। ਤਾਂ ਇਹ ਸੰਸਾਰ ਇੱਕ ਰਾਸਤਾ ਹੈ। ਇੱਥੇ ਹੁਣ ਤੁਹਾਡੀ ਮਰਜ਼ੀ ਹੈ ਹੁਕਮ ਦੇ ਅੰਦਰ ਕਿ ਚੰਗੇ ਕਰਮ ਕਰੋਗੇ ਜਾਂ ਮਾੜੇ ਕਰੋਗੇ। ਜੇ ਮਾੜੇ ਰਾਸਤੇ ਤੇ ਪੈ ਜਾਓਗੇ, ਸਿਸਟਮ ਨੂੰ ਅਪਣਾਓਗੇ ਤਾਂ ਮਾੜੇ ਬਣ ਜਾਓਗੇ। ਜੇ ਗੁਣਾਂ ਦੇ ਨਾਲ ਜੁੜੋਗੇ ਤੇ ਗੁਣੀ ਬਣ ਜਾਓਗੇ। ਹੋਣਾ ਇਹ ਸਾਰਾ ਕੁਝ ਰੱਬੀ ਰਜ਼ਾ ਦੇ ਵਿੱਚ ਹੈ, ਹੁਕਮ ਦੇ ਅੰਦਰ ਹੈ, ਸਿਸਟਮ ਤੋਂ ਬਾਹਰ ਨਹੀਂ ਹੈ। ਤਾਂ ਕਈਆਂ ਨੂੰ ਉਹ ਸਿੱਧੇ ਰਾਸਤੇ ਤੇ ਪਾ ਦਿੰਦਾ ਹੈ ਆਪਣੇ ਹੁਕਮ ਵਿੱਚ, ਔਰ ਕਈ ਉਹਦੇ ਹੁਕਮ ਦੇ ਅੰਦਰ ਹੀ ਉਜੜ ਦੇ ਅੰਦਰ ਪਏ ਨੇ, ਕੁਰਾਏ ਪਏ ਹੋਏ ਨੇ। ਹਰ ਸੱਚਾ ਸਾਹਿਬ ਸੱਚ ਤਪਾਵਸ ਕਰ ਵੇਖੈ ਚਲਤ ਸਵਾਏ। ਚਲਤ ਦਾ ਮਤਲਬ ਖੇਲ, ਸਾਰੇ ਤਮਾਸ਼ੇ, ਕੌਤਕ। ਤਪਾਵਸ ਦਾ ਮਤਲਬ ਨਿਆਂ, ਨਿਆਂ। ਤਾਂ ਗੁਰੂ ਜੀ ਕਹਿੰਦੇ ਨੇ ਹਰੀ ਸੱਚਾ ਮਾਲਕ ਹੈ, ਅਭੁੱਲ ਹੈ, ਸੱਚ ਤਪਾਵਸ, ਉਹਦਾ ਨਿਆਂ ਵੀ ਸੱਚ ਹੈ। ਉਹਦੇ ਨਿਆਂ ਦੇ ਅੰਦਰ ਵੀ ਕੋਈ ਉਕਾਈ ਨਹੀਂ ਹੈ। ਉਹ ਆਪ ਹੀ ਸਾਰੇ ਤਮਾਸ਼ੇ ਕਰਕੇ ਵੇਖ ਰਿਹਾ ਹੈ। ਕਰ ਵੇਖੈ ਚਲਤ ਸਵਾਏ, ਸਵਾਏ ਦਾ ਮਤਲਬ ਸਾਰੇ, ਚਲਤ ਦਾ ਮਤਲਬ ਜਿੰਨੇ ਵੀ ਤਮਾਸ਼ੇ ਨੇ, ਇਹ ਸਾਰੇ ਸੰਸਾਰ ਖੇਲ ਨੂੰ ਆਪ ਹੀ ਕਰਕੇ ਵੇਖ ਰਿਹਾ ਹੈ। ਆਪ ਵੀ ਸੱਚਾ ਹੈ ਤੇ ਉਹਦਾ ਨਿਆਂ ਵੀ ਸੱਚਾ ਹੈ। ਮਤਲਬ ਉਹਦੇ ਨਿਆਂ ਦੇ ਅੰਦਰ ਕੋਈ ਉਕਾਈ ਨਹੀਂ ਹੈ। ਜੋ ਵੀ ਸਾਡੀ ਜ਼ਿੰਦਗੀ ਵਿੱਚ ਸੁੱਖ ਔਰ ਦੁੱਖ ਆ ਰਿਹਾ ਹੈ, ਉਹ ਸਾਡੇ ਕਰਮਾਂ ਦਾ ਫਲ ਹੈ। ਜੋ ਅਸੀਂ ਜ਼ਿੰਦਗੀ ਵਿੱਚ ਜੀ ਰਹੇ ਹਾਂ, ਜੋ ਬੋਲ ਰਹੇ ਹਾਂ, ਜੋ ਸੋਚ ਰਹੇ ਹਾਂ, ਜੋ ਕਰ ਰਹੇ ਹਾਂ, ਸਿਸਟਮ ਦੇ ਅੰਦਰ ਉਸੇ ਤਰ੍ਹਾਂ ਦੇ ਅਸੀਂ ਬਣੀ ਜਾਂਦੇ ਹਾਂ, ਉਸੇ ਤਰ੍ਹਾਂ ਦੇ ਵਰਤਾਰੇ ਵਾਪਰੀ ਜਾਂਦੇ ਨੇ, ਉਵੇਂ ਦੇ ਹੀ ਸਾਨੂੰ ਫਲ ਮਿਲੀ ਜਾਂਦੇ ਨੇ। ਤਾਂ ਜੇ ਅੱਜ ਸਮਾਜ ਦੇ ਅੰਦਰ ਬੁਰਾਈਆਂ ਨੇ, ਰਿਸ਼ਵਤਖੋਰੀ, ਚੋਰ ਬਜ਼ਾਰੀ ਹੈ, ਤਾਂ ਉਹ ਸਾਡੇ ਕੀਤੇ ਕੰਮਾਂ ਕਰਕੇ ਨੇ। ਰੱਬ ਨੇ ਕਿਸੇ ਨੂੰ ਰਿਸ਼ਵਤ ਦੇਣ ਵਾਸਤੇ ਨਹੀਂ ਭੇਜਿਆ, ਸਾਡੇ ਕੀਤੇ ਹੋਏ ਕੰਮ ਨੇ। ਜੇ ਵਿਚਾਰ ਹੈ ਤਾਂ ਰੱਬ ਥੋੜਾ ਵਿਚਾਰ ਵਾਸਤੇ ਪ੍ਰੇਰਦਾ ਹੈ। ਅਸੀਂ ਵੀ ਵਿਚਾਰ ਕਮਾ ਰਹੇ ਹਾਂ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਦਾ ਨਿਆਂ ਸੱਚਾ ਹੈ। ਤਾਂ ਸੱਚਾ ਨਿਆਂ ਹੋਵੇਗਾ ਹੀ ਹੋਵੇਗਾ। ਸਾਡੇ ਕਰਮ ਦਾ ਫਲ ਸਾਨੂੰ ਭੁਗਤਣਾ ਹੀ ਪਵੇਗਾ। ਤਾਂ ਸਾਨੂੰ ਸੱਚ ਨੂੰ ਆਧਾਰ ਬਣਾਉਣਾ ਚਾਹੀਦਾ ਹੈ। ਔਰ ਜੇ ਸਾਡੀ ਜ਼ਿੰਦਗੀ ਵਿੱਚ ਕੋਈ ਸੁੱਖ ਦੁੱਖ ਚਿੰਤਾਵਾਂ ਨੇ, ਤਾਂ ਸਾਨੂੰ ਸੈਲਫ ਐਨਾਲਿਸਿਸ ਕਰਨਾ ਚਾਹੀਦਾ ਹੈ ਕਿ ਇਹ ਸੁੱਖ ਔਰ ਦੁੱਖ ਜੋ ਨੇ ਸਾਡੇ ਹੀ ਸੋਚ ਦੇ ਫਲ ਨੇ। ਤਾਂ ਜੇ ਕਿਤੇ ਸੋਚ ਮਾੜੀ ਹੈ ਤਾਂ ਸਾਡੀ ਜ਼ਿੰਦਗੀ ਵਿੱਚ ਦੁੱਖ ਨੇ, ਤਾਂ ਸਾਨੂੰ ਆਪਣੀ ਸੋਚ ਬਦਲ ਲੈਣੀ ਚਾਹੀਦੀ ਹੈ। ਫਿਰ ਸਾਡੇ ਜਿਹੜੇ ਦੁੱਖ ਨੇ ਉਹ ਖਤਮ ਹੋ ਸਕਦੇ ਨੇ। ਗੁਰ ਪ੍ਰਸਾਦ ਕਹੈ ਜਨ ਨਾਨਕ, ਹਰ ਸੱਚੇ ਕੇ ਗੁਣ ਗਾਏ। ਦਾਸ ਨਾਨਕ ਆਖਦਾ ਹੈ, ਕਹੈ ਜਨ ਨਾਨਕ, ਕਿ ਗੁਰੂ ਦੀ ਮਿਹਰ ਦੇ ਨਾਲ ਸਦਾ ਥਿਰ ਪ੍ਰਭੂ ਦੇ ਗੁਣ ਗਾਏ ਜਾ ਸਕਦੇ ਨੇ। ਗੁਰੂ ਦੀ ਮਿਹਰ ਨਾਲ, ਗੁਰੂ ਦੇ ਗਿਆਨ ਸਦਕਾ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਸਕਦੇ ਹਾਂ, ਸੱਚੇ ਰੱਬ ਦੇ ਨਾਲ ਜੁੜ ਸਕਦੇ ਹਾਂ, ਗੁਰੂ ਤੋਂ ਗਿਆਨ ਲਈਏ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੀਏ,
ਤਾਂ ਸਾਨੂੰ ਇਸ ਹੁਕਮ ਦੀ, ਸਿਸਟਮ ਦੀ, ਚੰਗੇ ਦੀ, ਮਾੜੇ ਦੀ ਸਮਝ ਆ ਸਕਦੀ ਹੈ। ਸਾਨੂੰ ਇਹ ਸਮਝ ਆ ਸਕਦੀ ਹੈ ਕਿ ਰੱਬ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ, ਉਹ ਆਪ ਹੀ ਸੇਵਕ ਹੈ, ਆਪ ਹੀ ਮਾਲਕ ਹੈ, ਆਪ ਹੀ ਭਗਤ ਹੈ, ਕਰਦਾ ਕਰਾਂਦਾ ਹੈ। ਇਹਨਾਂ ਚੀਜ਼ਾਂ ਦੀ ਸਮਝ ਆ ਸਕਦੀ ਹੈ, ਪਰ ਕਿਵੇਂ ਆਏਗੀ? ਗੁਰੂ ਦੀ ਕਿਰਪਾ ਨਾਲ। ਜੇ ਅਸੀਂ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਵੀਏ, ਜੇ ਇਸ ਸੋਚ ਨੂੰ ਅਪਣਾ ਲਿਆ ਜਾਏ, ਤਾਂ ਫਿਰ ਸਾਨੂੰ ਇਹਦੀ ਸਮਝ ਆ ਸਕਦੀ ਹੈ। ਫਿਰ ਅਸੀਂ ਆਪਣੀ ਤਜਰਬੇ ਦੇ ਵਿੱਚੋਂ ਕਹਿ ਸਕਦੇ ਹਾਂ, ਫਿਰ ਸਾਨੂੰ ਇਹਦੀ ਸੂਝ ਆ ਸਕਦੀ। ਸ਼ਲੋਕ ਮਹਿਲਾ ਤੀਜਾ। ਦਰਵੇਸ਼ੀ ਕੋ ਜਾਣਸੀ, ਵਿਰਲਾ ਕੋ ਦਰਵੇਸ਼। ਦਰਵੇਸ਼ ਦਾ ਮਤਲਬ ਫਕੀਰ, ਤੇ ਦਰਵੇਸ਼ੀ ਦਾ ਮਤਲਬ ਹੁੰਦਾ ਹੈ ਫਕੀਰੀ। ਤਾਂ ਦਰਵੇਸ਼ੀ ਕੋ ਜਾਣਸੀ, ਕੋ ਦਾ ਮਤਲਬ ਕੋਈ ਵਿਰਲਾ। ਦਰਵੇਸ਼ੀ ਦਾ ਮਤਲਬ ਕਿ ਫਕੀਰੀ ਦਾ ਜੋ ਆਦਰਸ਼ ਹੈ, ਉੱਚਾ ਆਦਰਸ਼, ਉਹਨੂੰ ਕੋਈ ਜਾਣਦਾ ਹੈ, ਉਸ ਆਦਰਸ਼ ਨੂੰ ਕੋਈ ਜਾਣਦਾ ਹੈ। ਵਿਰਲਾ ਕੋ ਦਰਵੇਸ਼, ਤੇ ਇਸ ਦੁਨੀਆ ਦੇ ਅੰਦਰ ਕੋਈ ਵਿਰਲਾ ਫਕੀਰ ਹੈ, ਵਿਰਲਾ ਹੈ ਜੋ ਇਸ ਆਦਰਸ਼ ਦੇ ਉੱਤੇ ਪਹੁੰਚਿਆ ਹੈ। ਯਾਨੀ ਜੋ ਦਰਵੇਸ਼ੀ ਹੈ, ਫਕੀਰੀ ਹੈ, ਉਹ ਇੱਕ ਆਦਰਸ਼ ਹੈ, ਉਹ ਇੱਕ ਗੋਲ ਹੈ, ਉਹ ਇੱਕ ਉੱਚਾ ਆਚਰਨ ਹੈ, ਉਹ ਇੱਕ ਉੱਚਾ ਆਦਰਸ਼ ਹੈ, ਤੇ ਉਸ ਆਦਰਸ਼ ਦੇ ਉੱਤੇ ਕੋਈ ਵਿਰਲਾ ਪਹੁੰਚਦਾ ਹੈ। ਜਿਵੇਂ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ, ਤਾਂ ਉਹ ਇੱਕ ਆਚਰਨ ਹੈ, ਤੇ ਸਾਡਾ ਉਹ ਆਦਰਸ਼ ਹੋਣਾ ਚਾਹੀਦਾ ਕਿ ਅਸੀਂ ਉਹੋ ਜਿਹਾ ਬਣਨਾ ਹੈ। ਤਾਂ ਜੋ ਫਕੀਰੀ ਹੈ, ਉਹ ਉਸ ਆਦਰਸ਼ ਨੂੰ ਪਾਉਣ ਦਾ ਨਾਮ ਹੈ, ਉਸ ਆਚਰਨ ਨੂੰ ਪਾਉਣ ਦਾ ਨਾਮ ਹੈ। ਉਹ ਇੱਕ ਆਦਰਸ਼, ਸਾਡਾ ਗੋਲ ਹੈ ਬੜਾ ਉੱਚਾ, ਇੱਕ ਬਹੁਤ ਵੱਡਾ ਆਦਰਸ਼ ਹੈ, ਪਰ ਉਸ ਨੂੰ ਕੋਈ ਵਿਰਲਾ ਜਾਣਦਾ ਹੈ, ਕੋਈ ਵਿਰਲਾ ਉਸ ਆਦਰਸ਼ ਦੇ ਉੱਤੇ ਪਹੁੰਚਦਾ ਹੈ। ਪਰ ਗੁਰੂ ਜੀ ਕਹਿੰਦੇ ਨੇ, ਜੇ ਘਰ ਘਰ ਹੰਧ ਹੈ ਮੰਗਦਾ, ਧਿਗ ਜੀਵਨ ਧਿਗ ਵੇਸ਼। ਧਿਗ ਦਾ ਮਤਲਬ ਤ੍ਰਿਗ, ਲਾਨਤ। ਹੰਢੇ ਦਾ ਮਤਲਬ ਫਿਰਦਾ ਹੈ। ਪਰ ਗੁਰੂ ਜੀ ਕਹਿੰਦੇ ਨੇ, ਜੇ ਫਕੀਰ ਹੋ ਕੇ ਤੇ ਘਰ ਘਰ ਦੇ ਵਿੱਚ ਮੰਗਦਾ ਫਿਰੇ, ਤਾਂ ਐਸੇ ਫਕੀਰ ਨੂੰ ਲਾਨਤ ਹੈ, ਉਹਦੇ ਜੀਵਨ ਨੂੰ, ਉਹਦੇ ਜਿਉਣ ਨੂੰ ਲਾਨਤ ਹੈ, ਔਰ ਉਹਦੇ ਵੇਸ਼ ਨੂੰ ਲਾਨਤ ਹੈ, ਜਿਹੜਾ ਉਹਨੇ ਵੇਸ਼ ਪਾਇਆ ਹੋਇਆ, ਜਿਹੜਾ ਉਹਨੇ ਪਹਿਨਾਵਾ ਪਹਿਨਿਆ ਹੋਇਆ ਹੈ, ਜਾਮਾ ਜਿਹੜਾ ਉਹਨੇ ਪਾਇਆ ਨਾ ਫਕੀਰੀ ਵਾਲਾ, ਉਹਦੇ ਜਾਮੇ ਨੂੰ ਵੀ ਲਾਨਤ, ਔਰ ਉਹਦੇ ਜੀਵਨ ਨੂੰ ਵੀ ਲਾਨਤ ਹੈ, ਜੇ ਘਰ ਘਰ ਦੇ ਅੰਦਰ ਉਹ ਮੰਗਦਾ ਫਿਰਦਾ ਹੈ। ਤਾਂ ਇੱਥੇ ਬਨਾਵਟੀ ਜੋ ਭੇਖੀ ਜੀਵਨ ਹੈ, ਉਹਨੂੰ ਇੱਥੇ ਲਾਨਤਾਂ ਪਾਈਆਂ ਜਾ ਰਹੀਆਂ ਨੇ। ਤੇ ਇਸ ਦੁਨੀਆ ਦੇ ਅੰਦਰ ਬਹੁਤੇ ਜੋ ਫਕੀਰ ਨੇ, ਬਹੁ ਗਿਣਤੀ, ਉਹਨਾਂ ਨੇ ਪਹਿਨਾਵਾ ਹੀ ਪਹਿਨਿਆ, ਉਹਨਾਂ ਦੀ ਜ਼ਿੰਦਗੀ ਐਸੀ ਹੀ ਹੈ। ਉਸ ਆਚਰਨ ਦੇ ਉੱਤੇ, ਉਸ ਆਦਰਸ਼ ਦੇ ਉੱਤੇ ਪਹੁੰਚੇ ਕਿੰਨੇ ਕੁ ਲੋਕ ਨੇ, ਜੋ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜੋ ਗੁਣ ਨੇ, ਜੋ ਉਹਨਾਂ ਗੁਣਾਂ ਨੂੰ ਇੰਪਲੀਮੈਂਟ ਕਰਦੇ ਹੋਣ, ਕਿੰਨੇ ਕੁ ਲੋਕ ਨੇ। ਜਦੋਂ ਅਸੀਂ ਦੇਖਾਂਗੇ ਤਾਂ ਮਿਲ ਜਾਣਗੇ, ਲੇਕਿਨ ਬਹੁਤ ਘੱਟ, ਵਿਰਲੇ ਕੋਟਨ ਮੈਂ ਨਾਨਕ ਹੂੰ। ਤਾਂ ਗੁਰੂ ਜੀ ਕਹਿੰਦੇ ਨੇ, ਲਾਨਤ ਹੈ ਐਸੀ ਜ਼ਿੰਦਗੀ ਨੂੰ। ਤਾਂ ਇਹਦਾ ਮਤਲਬ ਜੋ ਫਕੀਰੀ ਹੈ ਉਹ ਵਿਖਾਵਾ ਨਹੀਂ ਹੈ, ਫਕੀਰੀ ਕਿਸੇ ਪਹਿਨਾਵੇ ਦਾ ਨਾਮ ਨਹੀਂ ਹੈ। ਫਕੀਰੀ ਤਾਂ ਇੱਕ ਉੱਚਾ ਸੁੱਚਾ ਆਚਰਨ ਹੈ, ਉੱਚਾ ਸੁੱਚਾ ਆਦਰਸ਼ ਹੈ। ਆਮ ਕਰਕੇ ਅਸੀਂ ਫਕੀਰ ਕਿਹਨੂੰ ਕਹਿ ਦਿੰਦੇ ਆ? ਜਿਹੜਾ ਬੰਦਾ ਘਰ ਘਾਟ ਨੂੰ ਤਿਆਗ ਗਿਆ ਹੈ, ਉਹਨੇ ਘਰ ਛੱਡ ਦਿੱਤਾ, ਕਿਰਤ ਛੱਡ ਦਿੱਤੀ, ਤੇ ਇੱਕ ਬਾਣਾ ਜਿਹਾ ਪਾ ਲਿਆ ਕਿਸੇ ਵੀ ਕਿਸਮ ਦਾ, ਤੇ ਮੰਗ ਕੇ ਖਾ ਲਿਆ ਵੀ ਜੋ ਮਿਲ ਗਿਆ ਉਹ ਮੈਂ ਖਾ ਰਿਹਾ ਵਾਂ, ਉਹ ਮੈਂ ਪਾ ਰਿਹਾ ਵਾਂ, ਉਹਨੂੰ ਅਸੀਂ ਫਕੀਰ ਕਹਿ ਦਿੰਦੇ ਆ। ਤੇ ਉਹ ਵੀ ਆਪਣੇ ਆਪ ਨੂੰ ਫਕੀਰ ਕਹਿ ਦਿੰਦਾ ਹੈ ਕਿ ਫਕੀਰਾਂ ਨੂੰ ਕੀ ਹੈ ਜੀ। ਉਹ ਬੀਬੀ ਕੋਈ ਮੰਗਣ ਗਿਆ ਸੀ ਤੇ ਫਕੀਰ, ਤੇ ਉਹ ਮੰਗਦਾ ਫਿਰਦਾ ਸੀ, ਕਹਿਣ ਲੱਗਾ ਬੀਬੀ ਚਾਹ ਪੀਣੀ ਹੈ, ਤੇ ਕਹਿਣ ਲੱਗਾ ਬੀਬੀ ਕਹਿੰਦੀ ਬਾਬਾ ਜੀ ਦੁੱਧ ਲੈ ਆਓ। ਕਹਿੰਦੇ ਬਾਬਾ ਜੀ ਦੁੱਧ, ਉਹ ਕਹਿੰਦੇ ਵੀ ਦੁੱਧ ਲੈ ਆਓ, ਤੇ ਦੁੱਧ ਦੇ ਵਿੱਚ ਪੈ ਗਈ ਮਲਾਈ, ਡਿੱਗ ਪਈ। ਕਹਿਣ ਲੱਗੀ ਦੁੱਧ ਚ ਮਲਾਈ ਡਿੱਗ ਪਈ। ਕਹਿਣ ਲੱਗਾ ਬੀਬੀ ਹੁਣ ਦਿਸਣੇ ਮਲਾਈ, ਸਾਧਾਂ ਨੂੰ ਕੀ ਸਵਾਦਾਂ ਨਾਲ। ਉਹਨੇ ਇੰਨੀ ਸਾਰੀ ਤੂੜੀ ਪਾ ਦਿੱਤੀ। ਕਹਿਣ ਲੱਗੀ ਬਾਬਾ ਜੀ ਤੂੜੀ ਵੀ। ਕਹਿਣ ਲੱਗਾ ਬੀਬੀ ਆ ਤੂੜੀ, ਕਹਿੰਦੀ ਸਾਧਾਂ ਨੂੰ ਕੀ ਸਵਾਦਾਂ ਨਾਲ, ਤੂੜੀ ਵੀ ਖਿੱਚ ਜਾ। ਤੂੜੀ ਨਹੀਂ ਨਾ ਲੰਘਦੀ, ਮਲਾਈ ਲੰਘ ਜਾਂਦੀ। ਤਾਂ ਇਹੋ ਜਿਹੇ ਫਕੀਰ ਨਹੀਂ ਹਨ, ਇਹੋ ਜਿਹੀ ਕੋਈ ਬਨਾਵਟ ਨਹੀਂ। ਤਾਂ ਗੁਰੂ ਜੀ ਹੁਣ ਸਾਨੂੰ ਸਮਝਾ ਰਹੇ ਨੇ ਕਿ ਫਕੀਰ ਅਸਲ ਚ ਕੀ ਹੈ।
जे आसा अंदेशा तज रहे गुरमुख पिखिया ना हो। गुरमुख का मतलब गुरु दे दसे राहां ते तुरना। आसा का मतलब आस चो मन दे माड़े फुरने ने। अंदेशा का मतलब चिंता। जे मन दे माड़े फुरनिਆਂ ਨੂੰ ਔਰ ਚਿੰਤਾਵਾਂ ਨੂੰ ਛੱਡ ਦੇਵੇ ਤੇ ਘਰ ਘਰ ਮੰਗਣ ਦੀ ਜਗ੍ਹਾ ਤੇ ਗੁਰਮੁਖ ਪਿੱਖਿਆ ਨਾਉ ਸਤਿਗੁਰ ਦੇ ਸਨਮੁਖ ਰਹਿ ਕੇ ਨਾਮ ਮੰਗੇ, ਭਾਵ ਕਿ ਰੱਬੀ ਹੁਕਮ ਦੇ ਅੰਦਰ ਤੁਰਨ ਦੀ ਹਿੰਮਤ ਮੰਗੇ, ਉਹਨੂੰ ਫਕੀਰ ਕਿਹਾ ਜਾ ਸਕਦਾ ਹੈ। ਤੇ ਉਹਨੂੰ ਕੋਈ ਬਾਣਾ ਪਾਉਣ ਦੀ ਲੋੜ ਨਹੀਂ, ਉਹ ਕੋਈ ਪੈਂਟ ਸ਼ਰਟ ਵਾਲਾ ਵੀ ਹੋ ਸਕਦਾ ਹੈ, ਕੋਈ ਔਰਤ ਵੀ ਹੋ ਸਕਦੀ ਹੈ, ਬੰਦਾ ਵੀ, ਬੱਚੀ ਵੀ, ਬੱਚਾ ਵੀ, ਕੋਈ ਵੀ ਹੋ ਸਕਦਾ ਹੈ, ਜੋ ਮਨ ਦੇ ਮਾੜੇ ਫੁਰਨਿਆਂ ਨੂੰ ਤਿਆਗੇ ਔਰ ਚਿੰਤਾਵਾਂ ਨੂੰ ਤਿਆਗੇ ਔਰ ਗੁਰੂ ਦੇ ਚਰਨਾਂ ਦੇ ਵਿੱਚ ਖਲੋ ਕੇ ਮੰਗ ਮੰਗੇ ਕਿ ਪਾਤਸ਼ਾਹ ਰਹਿਮਤ ਕਰੋ, ਮੈਨੂੰ ਹੁਕਮ ਦੀ ਦਾਤ ਬਖਸ਼ੋ, ਰੱਬੀ ਗੁਣਾਂ ਦੀ ਦਾਤ ਬਖਸ਼ੋ। ਘਰ ਘਰ ਦੇ ਵਿੱਚ ਮੰਗਦਾ ਨਾ ਫਿਰ ਕਿਰਤ ਕਰੇ, ਗੁਣਾਂ ਦੀ ਦਾਤ ਮੰਗੇ, ਗੁਰਮੁਖਤਾ ਵਾਲਾ ਜੀਵਨ ਮੰਗੇ, ਚਿੰਤਾਵਾਂ ਨੂੰ ਤਿਆਗੇ ਔਰ ਮਾੜੇ ਫੁਰਨਿਆਂ ਨੂੰ ਤਿਆਗੇ। ਗੁਰੂ ਜੀ ਕਹਿੰਦੇ ਨੇ ਜੇ ਕੋਈ ਐਸਾ ਫਕੀਰ ਹੈ ਕਿਹੜਾ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਜਿਸਨੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲਿਆ, जिन्हें अपने मन के सारे नैगेटिव माड़े फुरनिਆਂ ਨੂੰ खत्म कर दिता है और जिन्हें चिंतावां का त्याग कर दिता है, तिसके चरण पखालियां हैं। पखालियां का मतलब धोइए, नानक हों बलिहारे जाऊं। ਤਾਂ गुरु जी कहते हैं हे नानक मैं ਉਹਦੇ ਤੋਂ ਸਦਕੇ ਜਾਂਦਾ ਹਾਂ। ਤੇ ਐਸੇ ਫਕੀਰ ਦੇ ਚਰਨ ਧੋਣੇ ਚਾਹੀਦੇ ਨੇ, ਐਸੇ ਬੰਦੇ ਦੇ ਚਰਨ ਧੋਣੇ ਚਾਹੀਦੇ ਨੇ। ਚਰਨ ਧੋਣ ਦਾ ਮਤਲਬ ਕਿ ਉਹਦਾ ਸਤਿਕਾਰ ਕਰਨਾ ਚਾਹੀਦਾ। ਜੇ ਕੋਈ ਐਸਾ ਹੈ ਤਾਂ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ, ਜਿਨਨੇ ਆਪਣੀਆਂ ਚਿੰਤਾਵਾਂ ਨੂੰ ਖਤਮ ਕਰ ਦਿੱਤਾ ਹੈ, ਜਿਨਨੇ ਮਾੜੇ ਫੁਰਨਿਆਂ ਨੂੰ ਖਤਮ ਕਰ ਦਿੱਤਾ ਹੈ, ਜਿਨਨੇ ਗੁਰੂ ਤੋਂ ਗਿਆਨ ਦੀ ਦਾਤ ਲੈ ਕੇ ਗੁਰਮੁਖਤਾ ਵਾਲਾ ਜੀਵਨ ਜੀ ਰਿਹਾ ਹੈ, ਉਹਦੇ ਪੈਰ ਧੋਣੇ ਚਾਹੀਦੇ ਨੇ, ਉਹਦੇ ਤੋਂ ਕੁਰਬਾਨ ਜਾਣਾ ਚਾਹੀਦਾ ਹੈ, ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਬਾਕੀ ਤੇ ਲਾਹਨਤਾਂ ਪਾਉਣ ਦੇ ਯੋਗ ਨੇ, ਬਾਕੀ ਦਾ ਜੀਵਨ ਲਾਹਨਤੀ ਹੈ, ਤਿਗ ਜੀਵਨ ਤਿਗ ਵੇਸ ਵਾਲੀ ਗੱਲ ਹੈ। ਮਹਿਲਾ ਤੀਜਾ, ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹੇ। ਹੁਣ ਇਹ ਜੋ ਸ਼ਬਦ ਹੈ, ਇਹਦੇ ਅਰਥਾਂ ਦੇ ਵਿੱਚ ਵਿਦਵਾਨਾਂ ਦਾ ਮਤਭੇਦ ਹੈ ਔਰ ਸਾਰੇ ਹੀ ਵਿਦਵਾਨਾਂ ਦਾ ਮਤਭੇਦ ਹੈ। ਜਿਨ੍ਹਾਂ ਨੇ ਵੀ ਟੀਕਾ ਕੀਤਾ ਹੈ ਉਹਨਾਂ ਸਾਰਿਆਂ ਦੇ ਅਰਥਾਂ ਦੇ ਵਿੱਚ ਥੋੜਾ ਥੋੜਾ ਫਰਕ ਹੈ। ਫਰੀਦਕੋਟੀ ਟੀਕੇ ਵਾਲੇ, ਉਹਨਾਂ ਦਾ ਆਪਣਾ ਵਿਚਾਰ ਹੈ। ਗਿਆਨੀ ਗਿਆਨ ਸਿੰਘ ਨਰੈਣ ਸਿੰਘ, ਉਹਨੇ ਆਪਣੇ ਵਿਚਾਰ ਦਿੱਤੇ ਨੇ। ਭਾਈ ਸਾਹਿਬ ਸਿੰਘ ਜੀ ਦੇ ਆਪਣੇ ਵਿਚਾਰ ਨੇ। ਮਨਮੋਹਨ ਸਿੰਘ ਜੀ ਦਾ ਟੀਕਾ ਜੋ ਇੰਗਲਿਸ਼ ਵਿੱਚ ਮਿਲਦਾ ਹੈ, ਜਾਂ ਸੰਤ ਸਿੰਘ ਦਾ ਟੀਕਾ ਜੋ ਇੰਗਲਿਸ਼ ਵਿੱਚ ਮਿਲਦਾ ਹੈ, ਉਹਦਾ ਥੋੜਾ ਵਿਚਾਰ ਦਾ ਫਰਕ ਹੈ। ਔਰ ਭਾਈ ਹਰਬੰਸ ਸਿੰਘ ਪਟਿਆਲੇ ਵਾਲੇ, ਜਿਨ੍ਹਾਂ ਨੇ ਗੁਰੂ ਗ੍ਰੰਥ ਨਿਰਣੇ ਲਿਖਿਆ ਹੈ ਟੀਕਾ, ਉਹਨਾਂ ਦਾ, ਸਾਰੇ ਹੀ ਵਿਦਵਾਨਾਂ ਦਾ ਥੋੜਾ ਥੋੜਾ ਫਰਕ ਹੈ। ਤੇ ਉਹਦਾ ਕਾਰਨ ਹੈ ਕਿ ਇੱਥੇ ਜਿਹੜੀ ਹੈ ਨਾ ਕੋਈ ਚੀਜ਼ ਬਿਲਕੁਲ ਸਪਸ਼ਟ ਨਹੀਂ, ਉਹ ਆਪ ਵਿਦਵਾਨਾਂ ਨੂੰ ਕਰਨੀ ਪੈਣੀ ਹੈ, ਇਸ ਕਰਕੇ ਥੋੜਾ ਫਰਕ ਆ ਗਿਆ। ਨਾਨਕ ਤਰਵਰ ਏਕ ਫਲ ਦੋਇ ਪੰਖੇਰੂ ਆਹੇ, ਇੱਥੇ ਹੁਣ ਰੁੱਖ ਆਖਿਆ ਹੈ, ਪਰ ਇੱਥੇ ਇੱਕ ਰੁੱਖ ਜਿਹੜਾ ਹੈ, ਨਾ ਤਾਂ ਇਹਦੇ ਵਿੱਚ ਗੁਰੂ ਸ਼ਬਦ ਹੈ, ਨਾ ਰੱਬ ਸ਼ਬਦ ਹੈ, ਨਾ ਸ਼ਰੀਰ ਸ਼ਬਦ ਹੈ, ਨਾ ਸੰਸਾਰ ਸ਼ਬਦ ਹੈ। ਨਾਨਕ ਤਰਵਰ ਏਕ ਫਲ ਦੋਇ ਪੰਖੇਰੂ ਆਹੇ, ਤੇ ਦੋ ਪੰਛੀ ਨੇ। ਹੁਣ ਇਸ ਕਰਕੇ ਫਰਕ ਇਹ ਪੈ ਗਿਆ ਕਿ ਕਿਸੇ ਨੇ ਏਕ ਤਰਵਰ ਕਿਸੇ ਨੇ ਤੇ ਰੱਬ ਨੂੰ ਕਹਿ ਦਿੱਤਾ ਹੈ, ਤੇ ਦੋ ਪੰਖੇਰੂ ਜਿਹੜੇ ਨੇ ਉਹ ਕੁਝ ਹੋਰ ਉਹਨਾਂ ਨੂੰ ਨਾਮ ਦੇ ਦਿੱਤੇ ਨੇ। ਕਿਸੇ ਨੇ ਇੱਕ ਰੁੱਖ ਜਿਹੜਾ ਹੈ ਸੰਸਾਰ ਨੂੰ ਕਿਹਾ ਹੈ, ਤੇ ਕਿਸੇ ਨੇ ਇੱਕ ਰੁੱਖ ਜਿਹੜਾ ਹੈ ਉਹ ਸ਼ਰੀਰ ਨੂੰ ਕਿਹਾ ਹੈ। ਸ਼ਰੀਰ ਔਰ ਸੰਸਾਰ ਸ਼ਬਦ ਜਿਹੜੇ ਨੇ ਰੁੱਖ ਦੇ ਰੂਪ ਵਿੱਚ ਮਿਲਦੇ ਨੇ ਵਰਤੇ ਹੋਏ, ਲੇਕਿਨ ਇੱਥੇ ਥੋੜਾ ਥੋੜਾ ਜਿਹੜਾ ਫਰਕ ਹੈ, ਉਹਦੇ ਫਰਕ ਦੇ ਹੁੰਦਿਆਂ ਹੋਇਆਂ ਵੀ ਸਾਨੂੰ ਇੱਕ ਸੁਰਤਾ ਮਿਲਦੀ ਹੈ। ਤੇ ਅਸੀਂ ਇੱਥੇ ਜੋ ਅਰਥ ਲੈ ਰਹੇ ਹਾਂ ਉਹ ਭਾਈ ਸਾਹਿਬ ਸਿੰਘ ਵਾਲੇ ਹੀ ਲੈ ਰਹੇ ਹਾਂ। ਨਾਨਕ ਤਰਵਰ ਏਕ ਫਲ ਦੋਇ ਪੰਖੇਰੂ ਆਹੇ। ਭਾਈ ਸਾਹਿਬ ਸਿੰਘ ਜੀ ਇਸ ਦਾ ਅਰਥ ਕਰ ਰਹੇ ਨੇ ਕਿ ਸੰਸਾਰ ਇੱਕ ਰੁੱਖ ਹੈ ਔਰ ਇਹਨੂੰ ਇੱਕ ਫਲ ਲੱਗਾ ਹੋਇਆ ਹੈ ਮਾਇਆ ਰੂਪ ਦਾ, ਮੋਹ ਦਾ। ਯਾਨੀ ਇਹ ਸੰਸਾਰ ਦੇ ਅੰਦਰ ਮੋਹ ਹੈ, ਬਹੁਗਿਣਤੀ। ਤੇ ਇਸ ਰੁੱਖ ਦੇ ਉੱਤੇ ਦੋ ਕਿਸਮ ਦੇ ਪੰਛੀ ਨੇ, ਗੁਰਮੁਖ ਔਰ ਮਨਮੁਖ। ਯਾਨੀ ਸੰਸਾਰ ਦੇ ਅੰਦਰ
ਦੋ ਤਰ੍ਹਾਂ ਦੇ ਲੋਕ ਨੇ, ਇੱਕ ਗੁਰਮੁਖ ਨੇ, ਇੱਕ ਮਨਮੁਖ ਨੇ। ਸੰਸਾਰ ਮਾਨੋ ਇੱਕ ਰੁੱਖ ਹੈ ਔਰ ਇਹਨੂੰ ਇੱਕ ਫਲ ਲੱਗਾ ਹੈ। ਹੁਣ ਜਿਹੜਾ ਇੱਕ ਫਲ ਹੈ ਇੱਥੇ ਸਪਸ਼ਟ ਨਹੀਂ ਹੈ, ਇਸ ਲਈ ਭਾਈ ਸਾਹਿਬ ਸਿੰਘ ਜੀ ਇੱਥੇ ਜਿਹੜਾ ਅਰਥ ਕਰ ਰਹੇ ਨੇ ਉਹ ਮੋਹ ਰੂਪ ਕਰ ਰਹੇ ਨੇ, ਤੇ ਮਨਮੋਹਨ ਸਿੰਘ ਜੀ ਕਰ ਰਹੇ ਨੇ ਕਿ ਜਿਹੜਾ ਸੰਸਾਰ ਹੈ, ਸੰਸਾਰ ਰੂਪੀ ਇੱਕ ਰੁੱਖ ਹੈ ਔਰ ਇੱਥੇ ਗੁਰਮੁਖ ਤੇ ਮਨਮੁਖ ਦੋ ਪੰਛੀ ਨੇ, ਉਹ ਵੀ ਅਰਥ ਇਹਦਾ ਇਹੀ ਕਰ ਰਹੇ ਨੇ। ਦੋਏ ਪੰਖੇਰੂ ਆਹੇ ਆਵਤ ਜਾਤ ਨਾ ਦੀਸਹੀ ਨਾ ਪਰ ਪੰਖੀ ਤਾਹੇ। ਪੰਖੀ ਦਾ ਮਤਲਬ ਪੰਛੀ, ਪਰ ਦਾ ਮਤਲਬ ਖੰਭ। ਆਵਤ ਜਾਤ ਨਾ ਦੀਸਹੀ ਨਾ ਪਰ ਪੰਖੀ ਤਾਹੇ, ਇਹਨਾਂ ਦਾ ਪਤਾ ਨਹੀਂ ਲੱਗਦਾ ਕਿ ਇਹ ਕਿੱਧਰੋਂ ਆਉਂਦੇ ਨੇ ਔਰ ਕਿੱਧਰ ਚਲੇ ਜਾਂਦੇ ਨੇ। ਆਵਤ ਦਾ ਮਤਲਬ ਆਉਂਦੇ, ਜਾਤ ਦਾ ਮਤਲਬ ਜਾਂਦੇ, ਦਿਸਦੇ ਨਹੀਂ ਕਿ ਕਿੱਧਰੋਂ ਆਉਂਦੇ ਨੇ ਕਿੱਧਰ ਚਲੇ ਜਾਂਦੇ ਨੇ। ਨਾ ਪਰ ਦਾ ਮਤਲਬ ਖੰਭ, ਉਹਨਾਂ ਪੰਖੀਆਂ ਨੂੰ ਖੰਭ ਵੀ ਨਹੀਂ ਹਨ। ਇਹ ਨਹੀਂ ਪਤਾ ਲੱਗਦਾ ਕਿ ਜੀਵ ਪੰਛੀ ਕਿੱਧਰੋਂ ਆਉਂਦੇ ਨੇ ਤੇ ਕਿੱਧਰ ਚਲੇ ਜਾਂਦੇ ਨੇ। ਇਹ ਅਰਥ ਭਾਈ ਸਾਹਿਬ ਸਿੰਘ ਜੀ ਇੱਥੇ ਕਰ ਰਹੇ। ਬਹੁਰੰਗੀ ਰਸ ਹੋ ਗਿਆ ਸ਼ਬਦ ਰਹੇ ਨਿਰਵਾਣ, ਪਰ ਅੱਗੇ ਇੱਥੇ ਨਿਰਣਾ ਕਰ ਰਹੇ ਨੇ। ਬਹੁਰੰਗੀ, ਬਹੁਰੰਗੀ ਦਾ ਮਤਲਬ ਬਹੁਤੇ ਰੰਗਾਂ ਵਿੱਚ। ਬਹੁਤੇ ਰੰਗਾਂ ਵਿੱਚ ਦਾ ਮਤਲਬ ਜਿਨ੍ਹਾਂ ਨੇ ਰਸਾਂ ਕਸਾਂ ਨੂੰ ਆਪਣੇ ਜੀਵਨ ਦਾ ਗੋਲ ਬਣਾਇਆ ਹੈ। ਅੱਖਾਂ ਦਾ ਚਸਕਾ ਹੈ, ਕੰਨਾਂ ਦਾ ਚਸਕਾ ਹੈ, ਜ਼ਬਾਨ ਦਾ ਚਸਕਾ ਹੈ, ਜੋ ਇਹਨਾਂ ਚਸਕਿਆਂ ਦੇ ਵਿੱਚ ਪਏ ਹੋਏ ਨੇ, ਉਹਨਾਂ ਨੇ ਰਸਾਂ ਨੂੰ ਚਖਿਆ ਹੈ। ਬਹੁਰੰਗੀ, ਬਹੁਰੰਗੀ ਦਾ ਮਤਲਬ ਜਿਹੜੇ ਵਾਸ਼ਨਾਵਾਂ ਦੇ ਵਿੱਚ ਫਸੇ ਨੇ, ਉਹਨਾਂ ਨੇ ਰਸਾਂ ਨੂੰ ਚਖਿਆ ਹੈ। ਬਹੁਤੇ ਰੰਗਾਂ ਵਿੱਚ ਸਵਾਦ ਲੈਣ ਵਾਲੇ ਨੇ ਰਸਾਂ ਨੂੰ ਮਾਣਿਆ। ਸ਼ਬਦ ਰਹੇ ਨਿਰਵਾਣ, ਸ਼ਬਦ ਦਾ ਮਤਲਬ ਸ਼ਬਦ ਵਿੱਚ। ਪਰ ਜੋ ਪੰਛੀ ਸ਼ਬਦ ਵਿੱਚ ਲੀਨ ਰਹਿੰਦਾ ਹੈ ਉਹ ਨਿਰਵਾਣ ਹੈ, ਉਹ ਵਾਸ਼ਨਾਵਾਂ ਤੋਂ ਰਹਿਤ। ਨਿਰਵਾਣ ਦਾ ਮਤਲਬ ਵਾਸ਼ਨਾਵਾਂ ਤੋਂ ਰਹਿਤ। ਜੋ ਬਹੁਤੇ ਰਸਾਂ ਵਾਲੇ ਨੇ ਉਹ ਰਸਾਂ ਕਸਾਂ ਵਿੱਚ ਪਏ ਹੋਏ ਨੇ, ਪਰ ਜੋ ਸ਼ਬਦ ਦੇ ਵਿੱਚ ਲੱਗੇ ਨੇ ਉਹ ਨਿਰਵਾਣ ਨੇ, ਉਹ ਇਹਨਾਂ ਰਸਾਂ ਕਸਾਂ ਤੋਂ ਵੱਖਰੇ ਨੇ। ਤਾਂ ਅਸੀਂ ਇਹ ਸਮਝ ਸਕਦੇ ਹਾਂ ਕਿ ਇੱਕ ਰੁੱਖ ਹੈ, ਇਸ ਰੁੱਖ ਦੇ ਉੱਤੇ ਦੋ ਕਿਸਮ ਦੇ ਲੋਕ ਨੇ। ਇੱਕ ਉਹ ਨੇ ਜੋ ਰਸਾਂ ਕਸਾਂ ਦੇ ਵਿੱਚ ਖਚਤ ਨੇ, ਮਨਮੁਖ ਨੇ, ਆਪ ਹੁਦਰੇ ਨੇ। ਦੂਜੇ ਉਹ ਨੇ ਜੋ ਗੁਰ ਸ਼ਬਦ ਦੇ ਨਾਲ ਜੁੜੇ ਨੇ, ਜਿਨ੍ਹਾਂ ਨੇ ਗੁਰ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਬੇਸ ਬਣਾਇਆ ਹੈ, ਤੇ ਉਹ ਲੋਕ ਨਿਰਵਾਣ ਨੇ, ਉਹ ਵਾਸ਼ਨਾਵਾਂ ਤੋਂ ਰਹਿਤ ਨੇ, ਉਹ ਰਸਾਂ ਕਸਾਂ ਦੇ ਵਿੱਚ ਈਰਖਾ ਦਵੇਸ਼ ਵਗੈਰਾ ਵਿੱਚ ਖਚਤ ਨਹੀਂ ਹਨ। ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ। ਰਸ ਦਾ ਮਤਲਬ ਰਸ ਵਿੱਚ, ਨਿਸ਼ਾਨ ਦਾ ਮਤਲਬ ਨਿਸ਼ਾਨ, ਮੋਹਰ, ਟਿੱਕਾ। ਕਰਮ ਦਾ ਮਤਲਬ ਬਖਸ਼ਿਸ਼ ਦੀ ਰਾਹੀਂ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਹਰੀ ਦੀ ਕਿਰਪਾ ਨਾਲ ਜਿਨ੍ਹਾਂ ਦੇ ਮੱਥੇ ਤੇ ਸੱਚਾ ਟਿੱਕਾ ਲੱਗਦਾ ਹੈ, ਉਹ ਨਾਮ ਦੇ ਰਸ ਰੂਪ ਫਲ ਵਿੱਚ ਮਸਤ ਰਹਿੰਦੇ ਨੇ। ਟਿੱਕਾ ਲੱਗਣ ਦਾ ਮਤਲਬ ਇਹ ਨਹੀਂ ਕਿ ਇਸ ਤਰ੍ਹਾਂ ਟਿੱਕਾ ਲੱਗ ਜਾਂਦਾ ਹੈ। ਟਿੱਕਾ ਦਾ ਮਤਲਬ ਕਿ ਜੋ ਰੱਬ ਦੀ ਰਹਿਮਤ ਦੇ ਪਾਤਰ ਬਣਦੇ ਨੇ, ਜੋ ਰੱਬੀ ਰਜ਼ਾ ਦੇ ਵਿੱਚ ਤੁਰਦੇ ਨੇ, ਰੱਬ ਦੀ ਰਹਿਮਤ ਦੇ ਪਾਤਰ ਬਣਦੇ ਨੇ, ਉਹ ਹਰ ਰਸ ਫਲ ਰਾਤੇ, ਉਹ ਹਰੀ ਦੇ ਰਸ ਤੇ ਫਲ ਦੇ ਅੰਦਰ, ਰਾਤੇ ਦਾ ਮਤਲਬ ਰੰਗੇ ਰਹਿੰਦੇ ਨੇ। ਭਾਵ ਕਿ ਉਹ ਰੱਬੀ ਗੁਣਾਂ ਦੇ ਰਸ ਨੂੰ ਮਾਣਦੇ ਨੇ, ਉਹ ਰੱਬੀ ਗੁਣਾਂ ਦੇ ਰਸ ਦੇ ਅੰਦਰ ਮਸਤ ਰਹਿੰਦੇ ਨੇ, ਜੋ ਰੱਬੀ ਰਜ਼ਾ ਦੇ ਪਾਤਰ ਨੇ। ਸੱਚ, ਸੰਤੋਖ, ਦਇਆ, ਧਰਮ, ਨਿਰਭੈਤਾ, ਨਿਰਵੈਰਤਾ, ਉਹ ਇਹਨਾਂ ਦੇ ਰਸ ਨੂੰ ਮਾਣਦੇ ਨੇ। ਇਹਨਾਂ ਗੁਣਾਂ ਦੇ ਧਾਰਨੀ ਹੋ ਕੇ ਐਸੇ ਜੀਵਨ ਦੀਆਂ ਖੁਸ਼ੀਆਂ ਉਹ ਮਾਣਦੇ ਨੇ ਜੋ ਰੱਬੀ ਰਜ਼ਾ ਦੇ ਪਾਤਰ ਨੇ। ਤਾਂ ਇਹ ਸੰਸਾਰ ਦੇ ਅੰਦਰ ਦੋ ਕਿਸਮ ਦੇ ਜੀਵ ਹੋ ਗਏ, ਇੱਕ ਮਨਮੁਖ ਔਰ ਇੱਕ ਗੁਰਮੁਖ। ਜੋ ਮਨਮੁਖ ਨੇ ਉਹ ਵਿਕਾਰਾਂ ਦੇ ਅੰਦਰ ਖਚਤ ਰਹਿੰਦੇ ਨੇ, ਪਰ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਰੱਬੀ ਗੁਣਾਂ ਦਾ ਆਨੰਦ ਮਾਣਦੇ ਆਪਣੇ ਜੀਵਨ ਨੂੰ ਸਫਲ ਕਰਦੇ ਨੇ। ਤਾਂ ਸਾਨੂੰ ਇੱਥੋਂ ਆਦੇਸ਼ ਦਿੱਤਾ ਜਾ ਰਿਹਾ ਹੈ, ਸੰਦੇਸ਼ ਉਪਦੇਸ਼ ਦਿੱਤਾ ਜਾ ਰਿਹਾ ਹੈ ਕਿ ਅਸੀਂ ਵੀ ਗੁਰੂ ਦੇ ਗਿਆਨ ਰਾਹੀਂ ਰੱਬੀ ਗੁਣਾਂ ਨੂੰ ਧਾਰਨ ਕਰਨਾ ਹੈ ਔਰ ਆਪਣੇ ਜੀਵਨ ਨੂੰ ਆਨੰਦਮਈ ਬਣਾਉਣਾ ਹੈ। ਪੌੜੀ। ਆਪੇ ਧਰਤੀ ਆਪੇ ਹੈ ਰਾਹਕ, ਆਪ ਜਮਾਏ ਪੀਸਾਵੇ। ਰਾਹਕ ਦਾ ਮਤਲਬ ਹੁੰਦਾ ਹੈ ਵਾਹੀ ਕਰਨ ਵਾਲਾ, ਕਿਸਾਨ। ਜਮਾਏ ਦਾ ਮਤਲਬ ਪੈਦਾ ਕਰਦਾ ਹੈ। ਪੀਸਾਵੇ ਦਾ ਮਤਲਬ ਚੱਕੀ ਦੇ ਵਿੱਚ ਪਿਆਂਦਾ ਹੈ। ਧਰਤੀ ਦਾ ਮਤਲਬ ਧਰਤੀ। ਪ੍ਰਭੂ ਆਪ ਹੀ ਭੋਏ ਹੈ, ਆਪੇ ਧਰਤੀ।
यानी रब आप ही धरती है, आपे है राह, आप ही इस धरती ਨੂੰ ਵਾਹਣ ਵਾਲਾ ਕਿਸਾਨ ਹੈ, ਆਪ ਜਮਾਏ ਆਪ ਹੀ ਅੰਨ ਉਗਾਉਂਦਾ ਹੈ। ਪਿਸਾਵੇ ਦਾ ਮਤਲਬ ਆਪ ਹੀ ਉਹਨੂੰ ਪਿਆਉਂਦਾ ਹੈ। ਯਾਨੀ ਰੱਬ ਸਰਬ ਵਿਆਪਕ ਹੈ, ਧਰਤੀ ਵਿੱਚ ਵੀ ਹੈ, ਧਰਤੀ ਨੂੰ ਜੋ ਵਾਹਣ ਵਾਲਾ ਹੈ ਉਹਦੇ ਵਿੱਚ ਵੀ ਹੈ, ਫਸਲ ਨੂੰ ਉਗਾਉਣ ਵਾਲਾ ਉਹਦੇ ਵਿੱਚ ਵੀ ਹੈ, ਫਸਲ ਨੂੰ ਭਿਆਉਣ ਵਾਲਾ ਜਿਹੜਾ ਹੈ ਉਹਦੇ ਵਿੱਚ ਵੀ ਹੈ। ਯਾਨੀ ਉਹ ਸਰਬ ਵਿਆਪਕ ਹੈ, ਉਹ ਕਿਤੇ ਇਸ ਸੰਸਾਰ ਦੇ ਨਾਲੋਂ ਵੱਖਰਾ ਨਹੀਂ ਹੈ। ਦੇਖੋ ਕਿੰਨੇ ਸਾਰੇ ਪ੍ਰਮਾਣ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਮਿਲਦੇ ਨੇ ਸਰਬ ਵਿਆਪਕਤਾ ਦੇ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹਰ ਸ਼ਬਦ ਦੇ ਅੰਦਰ ਸਾਨੂੰ ਇਹ ਸਮਝਾਇਆ ਜਾ ਰਿਹਾ ਹੈ ਕਿ ਰੱਬ ਸਰਬ ਵਿਆਪਕ ਹੈ, ਸਰਬ ਵਿਆਪਕ ਹੈ, ਸਰਬ ਵਿਆਪਕ ਹੈ, ਹਰ ਥਾਂ ਤੇ ਫੈਲਿਆ ਹੋਇਆ ਹੈ। ਲੇਕਿਨ ਫਿਰ ਵੀ ਜੋ ਬਹੁ ਗਿਣਤੀ ਹੈ, ਬਹੁ ਗਿਣਤੀ ਫਿਰ ਵੀ ਰੱਬ ਨੂੰ ਵੱਖਰਾ ਮੰਨਦੀ ਕਿ ਨਾ ਜੀ ਇਹ ਤੇ ਗੁਰੂ ਸਾਹਿਬ ਨੂੰ ਭੁਲੇਖਾ ਲੱਗਾ ਹੋਣਾ, ਰੱਬ ਤੇ ਉੱਤੇ ਵਸਦਾ ਹੈ ਸੱਚਖੰਡ ਵਿੱਚ, ਰੱਬ ਤੇ ਉੱਤੇ ਜੰਨਤ ਵਿੱਚ ਹੈ, ਰੱਬ ਤੇ ਉੱਤੇ ਸਵਰਗ ਵਿੱਚ ਹੈ, ਉੱਤੇ ਬੈਕੁੰਠ ਧਾਮ ਵਿੱਚ ਹੈ, ਉਹਨੇ ਥੋੜੀ ਇਸ ਧਰਤੀ ਦੇ ਉੱਤੇ ਰਹਿਣਾ। ਕਿਉਂਕਿ ਸਾਡਾ ਪ੍ਰਚਾਰ ਜਿਹੜਾ ਉਹ ਇਸ ਟਾਈਪ ਦਾ ਹੋਇਆ ਹੈ, ਉਸ ਕਰਕੇ ਆਮ ਜਨਤਾ ਦੇ ਅੰਦਰ ਭਰਮ ਔਰ ਭੁਲੇਖੇ ਨੇ, ਔਰ ਉਸ ਸੰਸਾਰ ਨਾਲੋਂ ਨਿਰੰਕਾਰ ਨੂੰ ਵੱਖਰਿਆਂ ਤੇ ਨਿਰੰਕਾਰ ਨਾਲੋਂ ਸੰਸਾਰ ਨੂੰ ਵੱਖਰਿਆਂ ਵੇਖ ਰਿਹਾ ਹੈ। ਸਮੁੰਦਰ ਨਾਲੋਂ ਲਹਿਰਾਂ ਨੂੰ ਔਰ ਲਹਿਰਾਂ ਤੋਂ ਸਮੁੰਦਰ ਨੂੰ ਵੱਖਰਿਆਂ ਵੇਖ ਰਿਹਾ ਹੈ। ਇਸ ਭੁਲੇਖੇ ਕਰਕੇ ਉਹ ਕਹਿ ਰਿਹਾ ਹੈ ਕਿ ਲਹਿਰਾਂ ਹੋਰ ਨੇ, ਸਮੁੰਦਰ ਹੋਰ ਹੈ। ਉਹ ਇਸ ਕਰਕੇ ਭੁਲੇਖੇ ਵਿੱਚ ਕਿ ਸੋਨਾ ਹੋਰ ਹੈ ਤੇ ਸੋਨੇ ਦੇ ਗਹਿਣੇ ਹੋਰ ਨੇ। ਗਹਿਣੇ ਥੋੜੀ ਸੋਨਾ ਹੁੰਦੇ ਨੇ, ਸੋਨਾ ਥੋੜੀ ਗਹਿਣਾ ਹੁੰਦਾ ਹੈ, ਗਹਿਣਾ ਵੱਖਰਾ ਹੁੰਦਾ ਹੈ, ਸੋਨਾ ਵੱਖਰਾ ਹੁੰਦਾ ਹੈ। ਉਹ ਇਸ ਭੁਲੇਖੇ ਵਿੱਚ ਨੇ, ਜਦੋਂ ਕਿ ਸੋਨਾ ਔਰ ਗਹਿਣਾ ਇੱਕੋ ਹੀ ਚੀਜ਼ ਨੇ। ਗਹਿਣਾ ਆਕਾਰ ਹੀ ਵੱਖਰਾ ਬਣਿਆ ਹੈ ਤੇ ਸੋਨਾ ਹੀ। ਇਸੇ ਤਰ੍ਹਾਂ ਆ ਸਾਰਾ ਸੰਸਾਰ ਦਿਸਦਾ ਜਗਤ ਰੱਬ ਦਾ ਹੀ ਤੇ ਰੂਪ ਹੈ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਤਾਂ ਆਪ ਹੀ ਧਰਤੀ ਹੈ, ਆਪ ਹੀ ਵਾਹੁਣ ਵਾਲਾ ਹੈ, ਆਪ ਅੰਨ ਉਗਾਉਂਦਾ ਹੈ, ਆਪ ਹੀ ਪਿਹਾਉਂਦਾ ਹੈ, ਆਪ ਪਕਾਵੇ, ਆਪ ਭਾਂਡੇ ਦੇ ਪਰੋਸੈ, ਆਪੇ ਹੀ ਬਹਿਕਾਵੇ। ਉਹ ਆਪ ਹੀ ਪਕਾਉਂਦਾ ਹੈ। ਭਾਂਡੇ ਦੇ ਪਰੋਸੇ ਦਾ ਮਤਲਬ ਆਪ ਹੀ ਭਾਂਡੇ ਅੱਗੇ ਦੇ ਕੇ ਪਰੋਸਦਾ ਹੈ, ਵਰਤਾਂਦਾ ਹੈ। ਪਕਾਉਣ ਵਾਲਾ ਵੀ ਆਪ ਹੈ, ਬਰਤਨ ਅੱਗੇ ਰੱਖ ਕੇ ਵਰਤਾਉਣ ਵਾਲਾ ਵੀ ਆਪ ਹੈ, ਆਪੇ ਹੀ ਬਹਿਕਾਵੇ ਤੇ ਬਹਿ ਕੇ ਖਾਣ ਵਾਲਾ ਵੀ ਆਪ ਹੈ। ਹੁਣ ਅਸੀਂ ਆਮ ਦੇਖੀ ਵੀ ਘਰ ਦੇ ਵਿੱਚ ਔਰਤ, ਧੀ, ਭੈਣ ਜਾਂ ਪਤਨੀ ਜਾਂ ਮਾਂ ਕੋਈ ਵੀ ਪ੍ਰਸ਼ਾਦੇ ਪਕਾ ਰਹੀ ਹੈ, ਔਰ ਇੱਕ ਧੀ ਭੈਣ ਜਾਂ ਕੋਈ ਵੀਰ ਬੱਚਾ ਬਰਤਨ ਦੇ ਕੇ ਸਰਵਿਸ ਕਰ ਰਿਹਾ ਹੈ, ਖਵਾ ਰਿਹਾ ਹੈ। ਤੇ ਜੇ ਤਾਂ ਦੇਖੋ ਕੰਮ ਉਹ ਕਰਨਾ, ਲੇਕਿਨ ਸਾਰਾ ਕੁਝ ਬਦਲ ਜਾਏਗਾ ਜੇ ਤੇ ਖਾਣ ਵਾਲੇ ਵਰਤਾਨ ਵਾਲਿਆਂ ਨੂੰ ਪਤਾ ਹੋਵੇ ਨਾ ਕਿ ਪਕਾਉਣ ਵਾਲੇ ਵਿੱਚ ਰੱਬ ਹੈ, ਤਾਂ ਉਹਨੂੰ ਕਿੰਨਾ ਮਾਣ ਆਦਰ ਤੇ ਸਤਿਕਾਰ ਦੇਣਗੇ। ਜੇ ਸਬਜ਼ੀ ਭਾਜੀ ਵਿੱਚ ਲੂਣ ਮਿਰਚ ਘੱਟ ਵੀ ਹੋਏਗਾ ਨਾ, ਤੇ ਬੜੇ ਸਤਿਕਾਰ ਦੇ ਨਾਲ ਕਹਿਣਗੇ ਕਿ ਅੱਜ ਨਮਕ ਥੋੜਾ ਜ਼ਿਆਦਾ ਹੋ ਗਿਆ ਜਾਂ ਘੱਟ। ਰੱਬ ਜੀ ਨਾਲ ਸਤਿਕਾਰ। ਤੇ ਜੇ ਪਕਾਉਣ ਵਾਲੀ ਜਾਂ ਪਕਾਉਣ ਵਾਲੇ ਦੇ ਵਿੱਚ ਇਹ ਖਿਆਲ ਹੋਵੇ ਕਿ ਜਿਨ੍ਹਾਂ ਨੇ ਖਾਣਾ ਹੈ ਉਹਨਾਂ ਵਿੱਚ ਰੱਬ ਹੈ, ਤਾਂ ਉਹ ਕਿੰਨੇ ਪਿਆਰ ਔਰ ਸਤਿਕਾਰ ਦੇ ਨਾਲ ਪਕਾਏਗੀ ਕਿ ਮੈਂ ਰੱਬ ਵਾਸਤੇ ਪਕਾ ਰਹੀ ਹਾਂ। ਤੇ ਜਿਹੜਾ ਵਰਤਾ ਰਿਹਾ ਹੈ ਉਹਨੂੰ ਕਿੰਨੇ ਪਿਆਰ ਦੇ ਨਾਲ ਕਹੇਗੀ ਜਾਂ ਕਹੇਗਾ ਕਿ ਬੇਟਾ ਜਾਂ ਵੀਰੇ ਆ ਲੈ ਆ ਚੀਜ਼ ਬਣ ਗਈ ਹੈ, ਆ ਤੂੰ ਦੇ ਆ। ਕਿੰਨਾ ਪਿਆਰ ਮੁਹੱਬਤ, ਸਾਰਾ ਕੁਝ ਬਦਲ ਜਾਏਗਾ ਨਾ ਜੇ ਇਸ ਪੰਕਤੀ ਨੂੰ ਹੀ ਅਸੀਂ ਆਪਣੇ ਪਰਿਵਾਰ ਵਿੱਚ ਅਮਲ ਵਿੱਚ ਲੈ ਆਈਏ। ਤਾਂ ਇਸ ਕੱਲੀ ਪੰਕਤੀ ਤੇ ਅਮਲ ਕਰਦਿਆਂ ਹੀ ਪੂਰੀ ਦੀ ਪੂਰੀ ਜ਼ਿੰਦਗੀ ਤਬਦੀਲ ਹੋ ਜਾਏਗੀ। ਔਰ ਇਹ ਗੱਲ ਸੁਣ ਕੇ ਤੁਸੀਂ ਸੁਣੀ, ਮੈਂ ਗੱਲ ਕੀਤੀ, ਕਿੰਨੀ ਖੁਸ਼ੀ ਹੋ ਰਹੀ ਹੈ ਨਾ ਕਿ ਐਸਾ ਹੋ ਸਕਦਾ ਹੈ। ਖੁਸ਼ੀ ਹੋ ਰਹੀ ਹੈ ਨਾ, ਸਿਰ ਲਾ ਕੇ ਦੱਸੋ। ਹਾਲੀ ਗੱਲ ਕੀਤੀ ਹੈ, ਗੱਲ ਸੁਣੀ ਹੈ, ਇੰਨੀ ਖੁਸ਼ੀ ਹੋ ਰਹੀ ਹੈ। ਤੇ ਜੇ ਇਹਨੂੰ ਅਮਲ ਵਿੱਚ ਲਿਆਵੀਏ, ਇੰਪਲੀਮੈਂਟ ਕਰੀਏ, ਤਾਂ ਕਿੰਨੀ ਖੁਸ਼ੀ ਹੋਏਗੀ, ਕਿੰਨੀ ਵੱਡੀ ਤਬਦੀਲੀ ਜ਼ਿੰਦਗੀ ਚ ਆ ਜਾਏਗੀ, ਉਹਦਾ ਕੋਈ ਅੰਤ ਹੀ ਨਹੀਂ ਹੈ। ਪਰ ਚੱਕਰ ਇਹ ਹੈ ਕਿ ਆਮ ਬੰਦਾ ਗੱਲਾਂ ਦੇ ਪਰੌਂਠੇ ਬਣਾਉਣਾ ਚਾਹੁੰਦਾ ਹੈ, ਗੱਲਾਂ ਦਾ ਕੜਾਹ, ਹਵਾਈ ਕਿਲੇ। ਇਸ ਲਈ ਇਹਨਾਂ ਚੀਜ਼ਾਂ ਨੂੰ ਸਮਝ ਕੇ ਅਮਲ ਵਿੱਚ ਲਿਆਉਣ ਦੀ ਜ਼ਰੂਰਤ। ਆਪੇ ਜਲ ਆਪੇ ਦੇ ਛਿੰਗਾ, ਆਪੇ ਚੁਲੀ ਭਰਾਵੇ।
ਆਪ ਹੀ ਜਲ ਦਿੰਦਾ ਹੈ। ਤੇ ਛਿੰਗਾ ਕਹਿੰਦੇ ਨੇ ਜਦੋਂ ਅਸੀਂ ਪ੍ਰਸ਼ਾਦਾ ਛਕਦੇ ਹਾਂ ਨਾ, ਤੇ ਪ੍ਰਸ਼ਾਦਾ ਛਕਦਿਆਂ ਕੋਈ ਚੀਜ਼ ਦੰਦਾਂ ਵਿੱਚ ਅੜ ਜਾਂਦੀ ਹੈ, ਤੇ ਦੰਦਾਂ ਦੇ ਵਿੱਚੋਂ ਕੱਢਣ ਵਾਸਤੇ ਉਹ ਤੀਲਾ ਜੀ ਰੱਖੇ ਹੁੰਦੇ ਸਨ, ਉਹ ਜਿਵੇਂ ਮੇਰੇ ਖਿਆਲ ਟੂਥਪਿਕ ਜਾਂ ਕੀ ਕਹਿੰਦੇ ਨੇ, ਇੰਗਲਿਸ਼ ਦਾ ਮੈਨੂੰ ਪਤਾ, ਟੂਥਪਿਕ ਉਹ ਦਿੰਦੇ ਨੇ ਨਾ ਕਿ ਦੰਦਾਂ ਦੇ ਵਿੱਚ ਮਾਰ ਲਓ। ਆਪ ਹੀ ਛਿੰਗਾ ਦਿੰਦਾ ਹੈ, ਦੰਦਾਂ ਵਿੱਚ ਫਸਿਆ ਹੋਇਆ ਕੱਢਣ ਵਾਸਤੇ ਜਿਹੜੀ ਸੂਈ ਜੀ ਹੁੰਦੀ ਹੈ, ਉਹ ਆਪੇ ਚੁਲੀ ਭਰਾਵੇ ਤੇ ਆਪ ਹੀ ਚੁਲੀ ਪਿਆ ਲਓ, ਹੱਥ ਧੋ ਲਓ, ਚੁਲੀ ਕਰ ਲਓ। ਯਾਨੀ ਜਲ ਵੀ ਦੇ ਰਿਹਾ ਹੈ, ਜਲ ਵਿੱਚ ਵੀ ਵਸ ਰਿਹਾ ਹੈ, ਛਿੰਗਾ ਫੜਾ ਰਿਹਾ ਹੈ, ਚੁਲੀ ਭਰਾ ਰਿਹਾ ਹੈ। ਇਹ ਸਾਰਿਆਂ ਦੇ ਵਿੱਚ ਰੱਬ ਹੀ ਤੇ ਹੈ। ਤੇ ਜੇ ਕਿਤੇ ਇਹ ਵਿਚਾਰ ਸਾਡੀ ਬਣ ਜਾਏ, ਸਾਡੇ ਅੰਦਰ ਇਹ ਭਾਵਨਾ ਆ ਜਾਣ, ਤੇ ਤੁਸੀਂ ਘਰ ਦੀ ਬਜਾਏ ਅੱਜ ਕਿਤੇ ਰੈਸਟੋਰੈਂਟ ਵਿੱਚ ਰੋਟੀ ਖਾਣ ਵਾਸਤੇ ਚਲੇ ਜਾਓ। ਅੱਜ ਤੁਸੀਂ ਘਰ ਨਹੀਂ, ਚਲੋ ਯਾਰ ਬਾਹਰ ਚੱਲਦੇ ਰੈਸਟੋਰੈਂਟ ਵਿੱਚ, ਫਿਰ ਤੁਹਾਨੂੰ ਇਹ ਹੋਵੇ ਕਿ ਜਿਹੜਾ ਬਰਤਨ ਲਿਆ ਰਿਹਾ, ਮੇਜ਼ ਉੱਤੇ ਕੱਪੜੇ ਮਾਰ ਰਿਹਾ ਹੈ, ਛਿੰਗਾ ਟੂਥਪਿਕ ਵਗੈਰਾ ਦੇ ਰਿਹਾ ਹੈ, ਇਹਨਾਂ ਦੇ ਵਿੱਚ ਰੱਬ ਵਸਦਾ ਹੈ, ਤਾਂ ਫਿਰ ਤੁਹਾਡੀ ਉਹਨਾਂ ਦੇ ਨਾਲ ਵਰਤਾਵ ਕੈਸਾ ਹੋਏਗਾ? ਓਏ ਛੋਟੂ, ਓਏ ਬਹਿਰੇ, ਐਵੇਂ ਵੱਧਾ ਨਹੀਂ ਨਾ ਮਾਰੋਗੇ, ਕਿੰਨਾ ਸਤਿਕਾਰ ਦੋਗੇ। ਤੇ ਜੇ ਉਹਨਾਂ ਨੂੰ ਵੀ ਪਤਾ ਹੋਵੇ ਕਿ ਖਾਣ ਵਾਲੇ ਬੈਠੇ ਨੇ, ਤਾਂ ਕਿੰਨਾ ਜੀਵਨ ਬਦਲ ਜਾਏਗਾ ਨਾ, ਸੋਚ ਬਦਲ ਜਾਏਗੀ। ਕੰਮ ਉਹ ਹੀ ਕਰਨਾ ਹੈ, ਇਹ ਨਹੀਂ ਕਿ ਕੰਮ ਨਹੀਂ ਕਰਨਾ, ਕੰਮ ਤੇ ਕਰਨਾ ਹੈ, ਲੇਕਿਨ ਕਿੰਨਾ ਪਿਆਰ ਹੋ ਜਾਏਗਾ, ਕਿੰਨੀ ਈਮਾਨਦਾਰੀ ਹੋ ਜਾਏਗੀ, ਕਿੰਨੀ ਸ਼ਾਂਤੀ ਆ ਜਾਏਗੀ। ਆਪੇ ਸੰਗਤ ਸਦ ਬਹਾਲੈ, ਆਪੇ ਵਿਦਾ ਕਰਾਵੇ। ਆਪ ਹੀ ਸੰਗਤ ਨੂੰ ਸੱਦ ਕੇ ਬਿਠਾਉਂਦਾ ਹੈ ਔਰ ਆਪ ਹੀ ਵਿਦਾ ਕਰਾਉਂਦਾ ਹੈ। ਸੱਦਣ ਵਾਲਾ ਵੀ ਆਪ ਹੈ, ਵਿਦਾ ਕਰਨ ਵਾਲਾ ਵੀ ਆਪ ਹੈ, ਕਿਉਂਕਿ ਸਰਬ ਵਿਆਪਕ ਹੈ ਉਹ। ਤੇ ਹੁਣ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਨਾਲ ਰਿਲੇਟ ਕਰੋ। ਤੁਹਾਡੇ ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਤੁਹਾਡੇ ਘਰ ਵਿੱਚ ਕੋਈ ਫੰਕਸ਼ਨ ਹੈ, ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਇਆ ਹੈ, ਤੇ ਜੇ ਇਹ ਸਮਝ ਹੋਵੇ ਕਿ ਰਿਸ਼ਤੇਦਾਰ ਜਿਹੜੇ ਆ ਰਹੇ ਨੇ ਉਹਨਾਂ ਵਿੱਚ ਰੱਬ ਵਸਦਾ ਹੈ, ਉਹਨਾਂ ਨੂੰ ਕਿੰਨੇ ਸਤਿਕਾਰ ਨਾਲ ਬਿਠਾਓਗੇ। ਤੇ ਜੇ ਆਉਣ ਵਾਲਿਆਂ ਦੇ ਵਿੱਚ ਵੀ ਇਹ ਹੋਵੇ ਕਿ ਜਿਹੜਾ ਮੈਨੂੰ ਸੱਦ ਰਿਹਾ ਹੈ ਰਿਸ਼ਤੇਦਾਰ, ਉਸ ਰਿਸ਼ਤੇਦਾਰ ਦੇ ਵਿੱਚ ਰੱਬ ਵਸਦਾ ਹੈ, ਤਾਂ ਉਹ ਕਿੰਨੇ ਪਿਆਰ ਸਤਿਕਾਰ ਦੇ ਨਾਲ ਆਏਗਾ। ਫਿਰ ਕੁਛ ਉੱਥੇ ਫਾਰਮੈਲਿਟੀਆਂ ਨਹੀਂ ਰਹਿ ਜਾਣਗੀਆਂ। ਫਿਰ ਮੇਰੇ ਖਿਆਲ ਦੇ ਵਿੱਚ 36 ਕਿਸਮ ਦੇ ਭੋਜਨ ਪਦਾਰਥ ਬਣਾਉਣ ਦੀ ਲੋੜ ਨਹੀਂ ਪੈਣੀ। ਫਿਰ ਤਾਂ ਅਚਾਰ ਨਾਲ ਵੀ ਚੱਲੇਗਾ, ਜਦੋਂ ਰੱਬ ਸੱਦ ਰਿਹਾ ਹੈ ਤਾਂ ਅਚਾਰ ਨਾਲ ਵੀ ਚੱਲੇਗਾ, ਫਿਰ ਤਾਂ ਚਟਨੀ ਨਾਲ ਵੀ ਚੱਲੇਗਾ। ਤੇ ਜੇ ਅੰਦਰ ਐਸੀਆਂ ਭਾਵਨਾਵਾਂ ਨਹੀਂ, ਤਾਂ ਫਿਰ ਖਾ ਪੀ ਕੇ ਤੇ ਜਦੋਂ ਬਾਹਰ ਨਿਕਲ ਕੇ ਜੋ ਕੁਛ ਅਸੀਂ ਕਰਨਾ ਹੁੰਦਾ, ਯਾਰ ਸੱਦਿਆ ਸੀ, ਐਵੇਂ ਕੀ ਲੋੜ ਸੀ ਸੱਦਣ ਦੀ, ਜੇ ਕੁਛ ਖਵਾ ਪਿਆ ਨਹੀਂ ਸਕਦੇ। ਉਹ ਦਾਲ ਬਣਾ ਕੇ ਮਾਵਾਂ ਦੀ ਰੱਖਤੀ, ਦਾਲ ਅਸੀਂ ਘਰ ਨਹੀਂ ਖਾਧੀ, ਇਹ ਤੇ ਫਿਰ ਉਹ ਜਿਹੜੀ ਇਹਨੇ ਖਵਾਈ। ਫਿਰ ਅਸੀਂ ਐਵੇਂ ਕਰਾਂਗੇ ਨਾ। ਕਹਿਣ ਤੋਂ ਮੁਰਾਦ ਕਿ ਇਹਨਾਂ ਚੀਜ਼ਾਂ ਨੂੰ ਅਮਲ ਵਿੱਚ ਲਿਆਉਣ ਦੀ ਲੋੜ ਹੈ। ਆਪ ਹੀ ਸੰਗਤ ਸੱਦ ਰਿਹਾ ਹੈ, ਆਪ ਹੀ ਸੱਦ ਕੇ ਬਹਾ ਰਿਹਾ ਹੈ, ਆਪ ਹੀ ਵਿਦਾ ਕਰਾ ਰਿਹਾ ਹੈ। ਭਾਵ ਕਿ ਸੱਦਣ ਵਾਲਿਆਂ ਵਿੱਚ, ਵਿਦਾ ਕਰਨ ਵਾਲਿਆਂ ਦੇ ਅੰਦਰ ਪ੍ਰਭੂ ਆਪ ਵਸ ਰਿਹਾ ਹੈ, ਸਰਬ ਵਿਆਪਕ ਹੈ, ਉਹਨਾਂ ਦੇ ਅੰਦਰ ਪੋਸੀਬਿਲਿਟੀ ਹੈ, ਉਹ ਸਾਰੇ ਰੱਬ ਵਰਗੇ ਹੋ ਸਕਦੇ ਨੇ। ਜਿਸ ਨੂੰ ਕਿਰਪਾਲ ਹੋਵੇ ਹਰ ਆਪੇ, ਇਸ ਨੂੰ ਹੁਕਮ ਮਨਾਵੇ। ਗੁਰੂ ਜੀ ਕਹਿੰਦੇ ਨੇ ਪ੍ਰਭੂ ਜਿਸ ਤੇ ਦਇਆਵਾਨ ਹੁੰਦਾ ਹੈ ਨਾ, ਇਸ ਨੂੰ ਹੁਕਮ ਮਨਾਵੇ, ਉਹਨੂੰ ਰੱਬ ਦੀ ਰਜ਼ਾ ਮਿੱਠੀ ਲੱਗਦੀ ਹੈ, ਉਹਦੇ ਤੋਂ ਆਪਣਾ ਹੁਕਮ ਮਨਾਉਂਦਾ ਹੈ। ਭਾਵ ਕਿ ਉਹ ਰੱਬ ਦੀ ਰਜ਼ਾ ਨੂੰ ਸਮਝਦਾ ਹੈ, ਜਿਸ ਤੇ ਕਿਰਪਾਲ ਹੁੰਦਾ ਹੈ, ਯਾਨੀ ਜੋ ਰਹਿਮਤ ਦਾ ਪਾਤਰ ਬਣ ਜਾਂਦਾ ਹੈ, ਉਹ ਇਨਸਾਨ ਫਿਰ ਹੁਕਮ ਵਿੱਚ ਚੱਲਦਾ ਹੈ, ਹੁਕਮ ਦੇ ਅੰਦਰ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ, ਉਹ ਇਨਸਾਨ ਮਹਾਨ ਹੋ ਜਾਂਦਾ ਹੈ। ਤਾਂ ਜੇ ਅਸੀਂ ਇਸ ਪਾਵਨ ਬਾਣੀ ਦੇ ਹੁਕਮ ਨੂੰ ਸਮਝੀਏ, ਗੁਰੂ ਦੇ ਹੁਕਮ ਨੂੰ, ਪ੍ਰਭੂ ਦੇ ਹੁਕਮ ਨੂੰ ਸਮਝੀਏ ਔਰ ਉਸ ਹੁਕਮ ਮੁਤਾਬਕ ਜ਼ਿੰਦਗੀ ਜੀਵੀਏ, ਤਾਂ ਸਾਡੀ ਜ਼ਿੰਦਗੀ ਕਿੰਨੀ ਮਹਾਨ ਹੋ ਸਕਦੀ ਹੈ। ਪਰ ਇਹਦੀ ਸਮਝ ਜੀ ਕੇ ਆਏਗੀ, ਬਿਨਾਂ ਜੀਣ ਤੋਂ ਨਹੀਂ, ਗੱਲਾਂ ਨਾਲ ਨਹੀਂ ਹੈ। ਜਿਵੇਂ ਮੈਂ ਨਾ ਆਪਣੀ ਗੱਲ ਕਰਾਂ ਤਾਂ ਮੈਂ ਇੱਕ ਸੱਚਾਈ ਪੇਸ਼ ਕਰਨ ਲੱਗਾ ਕਿ ਮੈਨੂੰ ਕਾਰ ਚਲਾਣੀ ਨਹੀਂ ਆਉਂਦੀ, ਮੇਰੇ ਕੋਲ ਡਰਾਈਵਿੰਗ ਲਾਇਸੈਂਸ ਵਗੈਰਾ ਨਹੀਂ ਹੈ, ਮੈਂ ਕਾਰ ਚਲਾਣੀ ਨਹੀਂ ਜਾਣਦਾ। ਪਰ ਮੈਨੂੰ ਇੰਨਾ ਪਤਾ ਹੈ ਕਿ ਕਾਰ ਵਿੱਚ ਇੱਕ ਗੇਅਰ ਲੀਵਰ ਹੁੰਦਾ ਹੈ, ਗੇਅਰ ਹੁੰਦੇ ਨੇ, ਕਲੱਚ ਹੁੰਦਾ ਹੈ, ਬ੍ਰੇਕ ਹੁੰਦੀ ਹੈ, ਰੇਸ ਹੁੰਦੀ ਹੈ, ਚਾਬੀ ਲਗਾਈ ਦੀ ਹੈ, ਚਾਬੀ ਨਾਲ ਕਾਰ ਸਟਾਰਟ ਹੋ ਜਾਂਦੀ ਹੈ, ਸਟੀਅਰਿੰਗ ਨਾਲ ਕਾਰ ਨੂੰ ਮੋੜ ਲਈਦਾ ਹੈ, ਉਹਦੇ ਥੱਲੇ 4 ਟਾਇਰ ਹੁੰਦੇ ਨੇ, ਕਾਰ 4 ਟਾਇਰਾਂ ਨਾਲ ਚੱਲਦੀ ਹੈ। ਚਾਬੀ ਲਾ ਕੇ, ਕਾਰ ਸਟਾਰਟ ਕਰਕੇ, ਕਲੱਚ ਦੱਬ ਕੇ
ਗੇਅਰ ਪਾ ਕੇ ਹੌਲੇ ਹੌਲੇ ਕਲੱਚ ਛੱਡੀ ਦਾ, ਕਾਰ ਅੱਗੇ ਨੂੰ ਚੱਲ ਪੈਂਦੀ, ਰੇਸ ਦਈਏ ਤੇ ਕਾਰ ਭੱਜੀ ਜਾਂਦੀ ਹੈ, ਬ੍ਰੇਕ ਲਾਈਏ ਤੇ ਰੁਕ ਜਾਂਦੀ। ਹੁਣ ਮੈਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੈ, ਪਰ ਕੀ ਇਹਨਾਂ ਚੀਜ਼ਾਂ ਬਾਰੇ ਪਤਾ ਹੋਣ ਦੇ ਨਾਲ ਮੈਂ ਕਾਰ ਚਲਾ ਸਕਦਾ? ਪ੍ਰੈਕਟਿਸ ਤੇ ਕਰਨੀ ਪੈਗੀ ਨਾ। ਮੈਂ ਪਹਿਲਾਂ ਥਿਊਰੀ ਪੜਾਂਗਾ ਡਰਾਈਵਿੰਗ ਦੇ, ਫਿਰ ਲੈਸਨ ਲਵਾਂਗਾ, ਉਸ ਤੋਂ ਬਾਅਦ ਸਿੱਖਾਂਗਾ, ਫਿਰ 2-4 ਮਹੀਨੇ ਚਲਾਵਾਂਗਾ, ਫਿਰ ਮੇਰੀ ਪ੍ਰੈਕਟਿਸ ਹੋਏਗੀ ਨਾ, ਫਿਰ ਮੈਨੂੰ ਪਤਾ ਲੱਗੇਗਾ ਕਿ ਕਾਰ ਕਿਵੇਂ ਚੱਲਦੀ ਹੈ, ਨੌਲੇਜ ਫਿਰ ਹੋਏਗੀ। ਤੇ ਜੇ ਮੈਂ ਚਲਾਉਂਦਾ ਨਹੀਂ, ਸਿੱਖਦਾ ਨਹੀਂ, ਤੇ ਮੈਂ ਕਹੀ ਜਾਵਾਂ ਲੈ ਗੇਅਰ ਹੀ ਲਾਣਾ, ਅਗਲਾ ਕਿਹੜਾ ਪਿਛਲਾ ਲਾ ਲੈ ਤੂੰ, ਪਹਿਲਾ ਜ਼ਰੂਰ ਗੇਅਰ ਲਾਣਾ, ਚੌਥਾ ਪੰਜਵਾਂ ਹੀ ਲਾ ਤੂੰ ਸਿੱਧਾ। ਮੈਂ ਕਹਿ ਸਕਦਾ ਨਾ, ਗੱਲਾਂ ਗੱਲਾਂ ਨਾਲ ਨਹੀਂ, ਪ੍ਰੈਕਟਿਸ ਕਰਨੀ ਪਵੇਗੀ। ਇਸੇ ਤਰ੍ਹਾਂ ਇਹਨਾਂ ਚੀਜ਼ਾਂ ਦੀ ਸਮਝ ਤਾਂ ਆਏਗੀ ਜਦੋਂ ਅਸੀਂ ਇਹਨਾਂ ਚੀਜ਼ਾਂ ਦਾ ਰੋਜ਼ ਅਭਿਆਸ ਕਰਾਂਗੇ, ਰੋਜ਼ ਅਭਿਆਸ ਕਰਾਂਗੇ। ਤੇ ਜਦੋਂ ਜਿਵੇਂ ਜਿਵੇਂ ਅਸੀਂ ਅਭਿਆਸ ਕਰਦੇ ਜਾਵਾਂਗੇ, ਸਾਡੇ ਜੀਵਨ ਦੇ ਵਿੱਚ ਆਉਂਦੀਆਂ ਜਾਣਗੀਆਂ, ਉਹਨਾਂ ਦਾ ਸਾਨੂੰ ਸੁੱਖ ਮਿਲਦਾ ਜਾਏਗਾ। ਫਿਰ ਅਸੀਂ ਆਪਣੇ ਤਜਰਬੇ ਚੋਂ ਕਹਿ ਸਕਾਂਗੇ ਯਾਰ ਗੱਲਾਂ ਤੇ ਠੀਕ ਨੇ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਜਿਵੇਂ ਦਾ ਮੈਂ ਸਤਿਗੁਰ ਨੂੰ ਵੇਖਦਾ ਸਾਂ, ਮੈਂ ਅਜਮਾ ਕੇ ਦੇਖਿਆ ਹੈ ਜ਼ਿੰਦਗੀ ਜੀ ਕੇ ਕਿ ਉਸੇ ਤਰ੍ਹਾਂ ਦਾ ਹੈ ਵਾਸਤਵ ਦੇ ਅੰਦਰ, ਉਹੀ ਆਨੰਦ, ਉਹੀ ਖੁਸ਼ੀਆਂ, ਉਹੀ ਪ੍ਰਸੰਨਤਾ ਹੈ। ਤਾਂ ਜ਼ਰੂਰਤ ਹੈ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣ ਦੀ, ਆਪਣੇ ਜੀਵਨ ਨੂੰ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਮੁਤਾਬਕ ਢਾਲਣ ਦੀ। ਗੁਰੂ ਦੀ ਰਹਿਮਤ ਕਰਨ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸੁਖੀ ਔਰ ਸ਼ਾਂਤ ਕਰ ਸਕੀਏ। ਅੱਜ